आज़ादी नूं भी हुण तां 70 साल तो वध हो गया जी हाले तक असी विद्या ही नहीं एजुकेशन ही नहीं दे सके। बहुत सारे सियासी लोग बहुत सारे सांसद विधायक वो असलीयत दलितां दी मुश्किल दी गल कर ही नहीं पा रहे जिन्हां दे सिद्धांत हुंदे ही नहीं ਤਾਂ ਉਹਨਾਂ ਕੋਲੋਂ ਤੁਸੀਂ ਸਿਧਾਂਤਾਂ ਦੀ ਉਮੀਦ ਵੀ ਨਹੀਂ ਰੱਖ ਸਕਦੇ। ਡਾਕਟਰ ਅੰਬੇਡਕਰ ਸਾਹਿਬ ਦਾ ਨਾਂ ਇਸ ਕਰਕੇ ਲੈਂਦੇ ਆ ਕਿਉਂਕਿ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਦਲਿਤ ਬਾਪੂ ਦਾ ਨਾਂ ਛੱਡ ਕੇ ਬਾਬਾ ਸਾਹਿਬ ਦਾ ਨਾਂ ਜਪਣ ਲੱਗ ਗਏ। ਸੋ ਇਹਨਾਂ ਨੂੰ ਲੱਗਦਾ ਵੀ ਹੁਣ ਜੇ ਬ੍ਰੈਡ ਨਾਲ ਨਹੀਂ ਮਰਦੇ ਤਾਂ ਹੁਣ ਮਿੱਸੀ ਰੋਟੀ ਨਾ ਮਾਰ ਲਓ ਇਹਨਾਂ ਨੂੰ। ਕੀ ਰਾਜਨੀਤਿਕ ਪਾਰਟੀਆਂ ਦਾ ਆਪਣਾ ਏਜੰਡਾ ਇਸ ਦੱਬੇ ਕੁਚਲੇ ਸੈਕਸ਼ਨ ਵਾਸਤੇ ਸੰਸੀਰ ਹੈ? ਸਾਨੂੰ ਇਸ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਕਿਸੇ ਨੇ ਚੜ੍ਹਨ ਦੇਣੀਆਂ ਸੀ ਜੇ ਰਿਜ਼ਰਵੇਸ਼ਨ ਨਾ ਹੁੰਦੀ। ਵਿਦੇਸ਼ਾਂ ਦੇ ਰਸਤੇ ਨਾ ਖੁੱਲ੍ਹੇ ਹੁੰਦੇ ਨਾ ਅੱਜ ਤੋਂ 40 ਸਾਲ ਪਹਿਲਾਂ ਜੇ ਅਰਬ ਨਾ ਖੁੱਲ੍ਹਾ ਹੁੰਦਾ ਅਰਬ ਤੋਂ ਬਾਅਦ ਯੂਰਪ ਨਾਲ ਜਾਂਦੇ ਲੋਕ ਤੇ ਇੱਥੇ ਤਾਂ ਹਾਲਾਤ ਯੂਪੀ ਵਰਗੇ ਹੋਣੇ ਸੀ। ਅੱਜ ਦੀ ਸਰਕਾਰ 'ਚ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜ ਈਵਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਸਾਡੇ ਬੱਚਿਆਂ ਨੂੰ ਜਿਹੜੀਆਂ ਡਿਗਰੀਆਂ ਉਹਨਾਂ ਨੇ ਪਾਸ ਕਰ ਲਈਆਂ ਉਹਨਾਂ ਦੀਆਂ ਡਿਗਰੀਆਂ ਨਹੀਂ ਦੇ ਰਹੀ। ਸਾਡੇ ਮੁੱਖ ਮੰਤਰੀ ਜੀ ਨੂੰ ਕੋਈ ਉਹ ਸੈਮੀ ਰਿਟਾਇਰਮੈਂਟ ਤੇ ਬੈਠੇ ਆ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਬਾਹਰ ਹੋ ਕੀ ਰਿਹਾ। ਭਾਰਤੀ ਜਨਤਾ ਪਾਰਟੀ ਨੇ ਤਾਂ ਰਾਸ਼ਟਰਪਤੀ ਬਣਾਤੇ ਆ ਥੱਲੇ ਲੋਕਾਂ ਦਾ ਕੀ ਬਣਿਆ? ਤੁਸੀਂ ਕਹਿੰਦੇ ਕਿ ਪੰਜਾਬੀਆਂ ਨੇ ਬਹੁਤ ਪਹਿਲਾਂ ਪਛਾਣ ਲਿਆ ਸੀ ਭਾਜਪਾ ਨੂੰ ਤੇ ਫਿਰ ਇੰਨਾ ਲੰਬਾ ਸਮਾਂ ਗੱਠਜੋੜ ਦੇ ਵਿੱਚ ਕੱਢ ਕਿੱਦਾਂ ਲਿਆ ਅਕਾਲੀ ਦਲ ਦੇ ਨਾਲ ਤੁਸੀਂ ਉਹਨਾਂ ਦੇ? ਇਹ ਵੀ ਗੱਲ ਸਮਝ ਲਓ ਵੀ ਉਹ ਬੀਜੇਪੀ ਅਟਲ ਬਿਹਾਰੀ ਵਾਜਪਾਈ ਦੀ ਸੀ ਤੇ ਹੁਣ ਹੈਗੀ ਬੀਜੇਪੀ ਮੋਦੀ ਤੇ ਸ਼ਾਹ ਦੀ। ਗੁਜਰਾਤੀ ਬੀਜੇਪੀ ਆ ਹੁਣ। ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਮਸਲੇ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਲਗਾਤਾਰ ਚੱਲਦੀ ਹੈ ਪਰ ਕੁਝ ਮਸਲੇ ਇਹੋ ਜਿਹੇ ਨੇ ਜਿਨ੍ਹਾਂ ਦਾ ਜ਼ਿਕਰ ਸਿਰਫ ਤੇ ਸਿਰਫ ਵੋਟਾਂ ਦੇ ਵਿੱਚ ਜਾ ਕੇ ਹੁੰਦਾ ਆ। ਸਾਨੂੰ ਪਤਾ ਹੈ ਕਿ ਭਾਰਤ ਦੀ ਸਿਆਸਤ ਦੀ ਜਦੋਂ ਅਸੀਂ ਗੱਲ ਕਰਨੀ ਆ ਜੇ ਜਾਤੀ ਆਧਾਰਿਤ ਸਿਆਸਤ ਦੀ ਗੱਲ ਨਾ ਹੋਈ ਤੇ ਫਿਰ ਗੱਲ ਅਧੂਰੀ ਰਹਿ ਜਾਂਦੀ ਹੈ। ਤੇ ਜਦੋਂ ਪੰਜਾਬ ਦੇ ਸੰਦਰਭ ਦੇ ਵਿੱਚ ਇਹ ਗੱਲ ਕਰਦੇ ਆ ਇਹ ਵੀ ਸੱਚ ਹੈ ਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਂ ਤੇ। ਇੱਥੇ ਉਹ ਜਾਤੀ ਪਾੜੇ ਉੱਡੇ ਵੱਡੇ ਪੱਧਰ ਤੇ ਨਜ਼ਰ ਨਹੀਂ ਆਉਂਦੇ ਜਿੰਨੇ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ। ਪਰ ਜਦੋਂ ਚੋਣਾਂ ਆਉਂਦੀਆਂ ਨੇ ਤੇ ਇਹ ਜਾਤੀ ਰਣਨੀਤੀ ਅਕਸਰ ਸਾਹਮਣੇ ਆ ਜਾਂਦੀ ਹੈ। ਖਾਸ ਤੌਰ ਤੇ ਜੇ ਦਲਿਤ ਪੋਲਿਟਿਕਸ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ 31% ਤੋਂ ਵੱਧ ਦਲਿਤ ਵੋਟ ਬੈਂਕ ਹੋਣ ਕਰਕੇ ਅਕਸਰ ਚੋਣਾਂ ਦੇ ਦਿਨਾਂ ਦੇ ਵਿੱਚ ਦਲਿਤ ਪੋਲਿਟਿਕਸ ਦੀ ਗੱਲ ਚੱਲਦੀ ਆ। ਵੈਸੇ ਭਾਵੇਂ 4.5 ਸਾਲ ਤੋਂ ਵੱਧ ਸਮਾਂ ਗੱਲ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ। ਇਸ ਵੇਲੇ ਵੀ 2022 ਦੀਆਂ ਚੋਣਾਂ ਜਿਹੜੀਆਂ ਨੇ ਉਹ ਸਿਰ ਤੇ ਆਣ ਖੜੋਤੀਆਂ ਨੇ ਤੇ ਦਲਿਤ ਪੋਲਿਟਿਕਸ ਦੀ ਗੱਲ ਹੋਣ ਲੱਗ ਪਈ ਹੈ। ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਇਹ ਵਿਉਂਤਬੰਦੀ ਘੜ ਰਹੀ ਹੈ ਕਿ ਇਸ ਵੋਟ ਬੈਂਕ ਨੂੰ ਦੇਖਦਿਆਂ ਹੋ ਸਕਦਾ 2022 ਦੇ ਲਈ ਉਹ ਆਪਣਾ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੀ ਦਲਿਤ ਚੁਣਨ। ਅਕਾਲੀ ਦਲ ਦੇ ਵਿੱਚ ਵੀ ਚਰਚਾ ਚੱਲਦੀ ਪਈ ਹੈ ਕਿ ਸ਼ਾਇਦ ਉਪ ਮੁੱਖ ਮੰਤਰੀ ਲਈ ਵੀ ਦਲਿਤ ਚਿਹਰਾ ਜਿਹੜਾ ਉਹ ਹੋਣਾ ਚਾਹੀਦਾ ਆ। ਅਸਲ 'ਚ ਇੱਥੇ ਪੰਜਾਬ ਦੀ ਦਲਿਤ ਪੋਲਿਟਿਕਸ ਕਿੱਥੇ ਖੜੀ ਹੈ? ਦਲਿਤ ਲੀਡਰ ਇਸ ਪੋਲਿਟਿਕਸ ਨੂੰ ਲੈ ਕੇ ਕਿਸ ਤਰੀਕੇ ਨਾਲ ਕੰਮ ਕਰਦੇ ਨੇ? ਦਲਿਤ ਸਮੁਦਾਇ ਅਸਲ ਦੇ ਵਿੱਚ ਕਿੱਥੇ ਖੜਾ ਆ? ਇਹ ਪੋਲਿਟਿਕਸ ਉਹਨੂੰ ਮਾਫਕ ਬੈਠ ਰਹੀ ਹੈ ਜਾਂ ਨਹੀਂ ਮਾਫਕ ਬੈਠ ਰਹੀ ਹੈ? ਇਹਦੇ ਬਾਰੇ ਵਿਸਥਾਰ ਨਾਲ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਇਹਨਾਂ ਨੂੰ ਦਲਿਤ ਲੀਡਰ ਕਹਿ ਲਿਆ ਜਾਵੇ ਜਾਂ ਮੁੱਖ ਧਾਰਾ ਦੀਆਂ ਸਿਆਸੀ ਧਿਰਾਂ ਦੇ ਨਾਲ ਜੁੜੇ ਹੋਏ ਪਿਛਲੇ ਲੰਬੇ ਸਮੇਂ ਤੋਂ ਤਜਰਬਾ ਹਾਸਲ ਕਰਨ ਵਾਲੇ ਸਿਆਸਤਦਾਨ ਕਹਿ ਲਿਆ ਜਾਵੇ, ਜੋ ਵੀ ਕਿਹਾ ਜਾਵੇ ਪਰ ਦਲਿਤ ਪੋਲਿਟਿਕਸ ਲਈ ਬੜਾ ਮਾਕੂਲ ਚਿਹਰਾ ਨੇ ਪਵਨ ਕੁਮਾਰ ਟੀਨੂ, ਵਿਧਾਇਕ ਨੇ ਆਦਮਪੁਰ ਹਲਕੇ ਤੋਂ। ਟੀਨੂ ਜੀ, ਸਭ ਤੋਂ ਪਹਿਲਾਂ ਤਾਂ ਟੀਵੀ ਪੰਜਾਬ ਤੇ ਜੀ ਆਇਆਂ ਨੂੰ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਟੀਵੀ ਪੰਜਾਬ ਦਾ, ਜਸਵੀਰ ਹੁਸੈਨ ਜੀ ਤੁਹਾਡਾ। ਟੀਨੂ ਜੀ, ਦਲਿਤ ਪੋਲਿਟਿਕਸ, ਤੁਸੀਂ ਦਲਿਤ ਪੋਲਿਟਿਕਸ ਤੋਂ ਨਿਕਲ ਕੇ ਆਏ ਹੋ। ਕਿਸੇ ਸਮੇਂ ਬਸਪਾ ਦੇ ਜ਼ਰੀਏ ਸਿਆਸਤ ਦੇ ਵਿੱਚ ਪੈਰ ਧਰਾਵਾ ਕੀਤਾ ਸੀਗਾ। ਬਸਪਾ ਜਿਹੜੀ ਨਿਰੋਲ ਰੂਪ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਦਲਿਤਾਂ ਲਈ ਹੀ ਕੰਮ ਕਰਦੀ ਆ, ਦਲਿਤਾਂ ਦੀ ਹੀ ਪਾਰਟੀ ਆ, ਉਹ ਵੱਖਰੀ ਗੱਲ ਹੈ ਕਿ ਉਹਦੇ ਨਤੀਜੇ ਕੀ ਨਿਕਲ ਕੇ ਆਉਂਦੇ ਆ, ਹੁੰਦਾ ਕੀ ਹੈ। ਔਰ ਵੱਡੀ ਗੱਲ ਇਹ ਹੈ ਕਿ ਇਹ ਦਲਿਤ ਪੋਲਿਟਿਕਸ ਦੀ ਪੰਜਾਬ ਦੇ ਵਿੱਚ 10 ਪਾਉਣ ਵਾਲੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਹੋਰਾਂ ਨਾਲ ਤੁਸੀਂ ਕੰਮ ਵੀ ਕੀਤਾ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਸਿਆਸਤ ਦੇ ਪਿੜ 'ਚ ਪੈਰ ਧਰਾਵਾ ਕੀਤਾ ਆ। ਉਹ ਦੌਰ ਕਿਹੋ ਜਿਹਾ ਸੀ ਦਲਿਤ ਸਿਆਸਤ ਦਾ ਤੇ ਅੱਜ ਕਿਹੋ ਜਿਹਾ ਹੋ ਗਿਆ, ਉਹਦੀ ਗੱਲਬਾਤ ਕਰਨੀ ਆ। ਜਦੋਂ ਤੁਸੀਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਹੋਰਾਂ ਨਾਲ ਕੰਮ ਕੀਤਾ ਉਦੋਂ ਦੀ ਦਲਿਤ ਪੋਲਿਟਿਕਸ ਕਿਹੋ ਜੀ, ਪਹਿਲਾਂ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰ ਲੈਂਦੇ, ਫਿਰ ਅਜੋਕੇ ਦੌਰ ਦੀ ਵੀ ਗੱਲ ਕਰਾਂਗੇ। ਦੇਖੋ, ਪਹਿਲਾਂ ਤਾਂ ਦਲਿਤ ਸ਼ਬਦ ਕਿਸੇ ਜਾਤੀ ਨਾਲ ਨਹੀਂ ਜੁੜਿਆ ਹੋਇਆ।
ਦਰੜਿਆ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਜਿਹੜਾ ਦੜਿਆ ਇਨਸਾਨ ਆ, ਡਿਪਰੈਸ ਆ, ਉਹਨਾਂ ਦੀ ਜਥੇਬੰਦੀ ਉਸ ਵੇਲੇ ਸਾਹਿਬ ਕਾਂਸ਼ੀ ਰਾਮ ਜੀ ਨੇ ਖੜੀ ਕੀਤੀ। ਖੈਰ ਉਹਨਾਂ ਨੇ ਤਾਂ ਬਹੁਤ ਲੰਬਾ ਚੌੜਾ ਸੰਘਰਸ਼ ਕੀਤਾ, ਬਾਮ ਸੇਬ ਬਣਾਈ, ਫਿਰ ਉਹਨਾਂ ਨੇ DS4 ਬਣਾਈ ਤੇ ਫਿਰ ਉਹਨਾਂ ਨੇ ਰਾਜਨੀਤਿਕ ਸੰਗਠਨ ਬਣਾਇਆ। ਜੀ ਦੇਸ਼ ਵਿੱਚ ਉਹ ਜਾਤੀਆਂ ਜਿਹੜੀਆਂ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਸਮਾਜਿਕ ਤੌਰ ਤੇ, ਵਿਦਿਅਕ ਤੌਰ ਤੇ, ਆਰਥਿਕ ਤੌਰ ਤੇ ਗੁਲਾਮ ਬਣਾਈਆਂ ਗਈਆਂ ਸੀ, ਜਿਨ੍ਹਾਂ ਨੂੰ ਅਹਿਸਾਸ ਹੀ ਨਹੀਂ ਸੀ ਕਿ ਸਾਡੇ ਵੀ ਕੋਈ ਹੱਕ ਹਕੂਕ ਹੁੰਦੇ ਆ, ਉਹਨਾਂ ਨੂੰ ਕਾਂਸ਼ੀ ਰਾਮ ਸਾਹਿਬ ਨੇ ਇਹ ਮਹਿਸੂਸ ਕਰਾ ਕੇ, ਅਹਿਸਾਸ ਕਰਾ ਕੇ, ਆਪਣੀ ਮਿਹਨਤ ਦੇ ਨਾਲ ਉਹਨਾਂ ਨੂੰ ਸਿਆਸੀ ਪਲੇਟਫਾਰਮ ਤੇ ਲਿਆਂਦਾ ਤੇ ਡਾਕਟਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਜਿਹੜੀ ਆ ਉਹ ਜਨ ਜਨ ਤੱਕ ਪਹੁੰਚਾਉਣ ਦਾ ਕੰਮ ਉਹਨਾਂ ਨੇ ਬੜਾ ਵੱਡਾ ਕੀਤਾ। ਉਸ ਵੇਲੇ ਜਦੋਂ ਉਹ ਕੰਮ ਕਰਦੇ ਸੀ, ਬਹੁਤੇ ਲੋਕਾਂ 'ਚ, ਬਹੁਤੇ ਕਾਰਕੁਨਾਂ 'ਚ ਕੋਈ ਸਿਆਸਤ 'ਚ ਆਉਣ ਦਾ ਮਕਸਦ ਨਹੀਂ ਹੁੰਦਾ ਸੀ। ਉਸ ਵੇਲੇ ਆਪਣਾ ਫਰਜ਼ ਸਮਝ ਕੇ ਸੁਸਾਇਟੀ ਪ੍ਰਤੀ, ਆਪਣੇ ਸਮਾਜ ਪ੍ਰਤੀ, ਉਹਦੀ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਯੋਗਦਾਨ ਪਾਉਣ ਦਾ ਹੁੰਦਾ ਸੀ। ਪੇ ਬੈਕ ਟੂ ਦ ਸੁਸਾਇਟੀ, ਜਿਹਦੇ ਵਿੱਚ ਆਪਾਂ ਜੰਮੇ ਆ, ਜੇ ਉਹਦੀ ਗੁਲਾਮੀ ਨੂੰ ਖਤਮ ਕਰ ਸਕੀਏ ਤੇ ਹਰ ਬੰਦਾ ਉਦੋਂ ਕੋਸ਼ਿਸ਼ ਕਰਦਾ ਸੀ। ਬਹੁਤ ਘੱਟ ਲੋਕ ਹੁੰਦੇ ਸੀ, ਕਿਉਂਕਿ ਦੇਖੋ ਪੋਲਿਟਿਕਸ, ਸਿਆਸਤ ਵਿੱਚ ਪੈਰ ਧਰਨਾ ਵੀ ਕੋਈ ਮਾੜੀ ਗੱਲ ਨਹੀਂ, ਪਰ ਜੇ ਉਹਦਾ ਕੋਈ ਮਕਸਦ ਹੋਵੇ, ਉਹਦਾ ਮਕਸਦ ਕਿਸੇ ਦੀ ਬੈਟਰਮੈਂਟ ਕਰਨਾ ਹੋਵੇ, ਕਿਸੇ ਨੂੰ ਆਰਥਿਕ ਰੂਪ ਵਿੱਚ ਉੱਚਾ ਚੱਕਣਾ ਹੋਵੇ, ਸਮਾਜਿਕ ਰੂਪ ਵਿੱਚ ਉਹਦਾ ਉਥਾਨ ਕਰਨਾ ਹੋਵੇ। ਲੇਕਿਨ ਅੱਜ ਦੇ ਅਜੋਕੇ ਸਮੇਂ 'ਚ ਤਾਂ ਹੁਣ ਸਿਰਫ ਦਲਿਤ ਸ਼ਬਦ ਦਾ ਜਿਹੜਾ, ਜਿੱਦਾਂ ਤੁਸੀਂ ਕਿਹਾ ਆ ਵੀ 6 ਮਹੀਨੇ ਰਹਿ ਜਾਂਦੇ, ਜਦੋਂ ਉਦੋਂ ਆਬਾਦੀ ਦੀ ਗੱਲ ਹੋਣ ਲੱਗ ਜਾਂਦੀ ਦਲਿਤਾਂ ਦੀ ਤੇ ਉਹਨਾਂ ਦਾ ਗੁਣਗਾਨ ਹੋਣ ਲੱਗ ਜਾਂਦਾ। ਠੀਕ ਗੱਲ ਆ, ਹੁਣ ਤਾਂ ਪਾਰਟੀਆਂ ਇਹਨੂੰ ਵਰਤ ਰਹੀਆਂ ਤੇ ਉਹਨਾਂ ਦੀ ਲੋੜ ਕੀ ਆ? ਆਜ਼ਾਦੀ ਨੂੰ ਵੀ ਹੁਣ ਤਾਂ 70 ਸਾਲ ਤੋਂ ਵੱਧ ਹੋ ਗਿਆ ਜੀ। ਹਾਲੇ ਤੱਕ ਅਸੀਂ ਵਿੱਦਿਆ ਹੀ ਨਹੀਂ, ਐਜੂਕੇਸ਼ਨ ਹੀ ਨਹੀਂ ਦੇ ਸਕੇ, ਹਾਲੇ ਤੱਕ ਐਜੂਕੇਸ਼ਨ ਹੀ ਨਹੀਂ ਪ੍ਰਦਾਨ ਕਰ ਸਕੇ, ਜਿਹੜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਪ੍ਰਾਇੋਰਟੀ ਸਾਨੂੰ ਦੱਸੀ, ਪਹਿਲ ਕਹੀ ਸੀ, ਕੋਈ ਵੀ ਸਰਕਾਰ ਨਹੀਂ ਦੇ ਸਕੀ। ਲੇਕਿਨ ਮੈਂ ਸਮਝਦਾ ਵੀ ਮੈਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਵੇਲੇ ਦੇਸ਼ ਵਿੱਚ ਕਾਂਸ਼ੀ ਰਾਮ ਜੀ ਦੇ ਜਾਣ ਤੋਂ ਬਾਅਦ ਇਸ ਵੇਲੇ ਇੱਕ ਬਹੁਤ ਵੱਡਾ ਖਲਾ ਆ। ਇੱਕ ਖਲਾਇਆ, ਇੱਕ ਜ਼ਿਕਰ ਤੁਸੀਂ ਇਹ ਵੀ ਛੇੜਿਆ ਆ ਕਿ ਉਦੋਂ ਮਕਸਦ ਹੁੰਦਾ ਸੀਗਾ, ਜੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਹੋਰਾਂ ਨੇ ਕੋਈ ਅੰਦੋਲਨ ਛੇੜਿਆ ਤੇ ਉਹਦਾ ਮਕਸਦ ਹੁੰਦਾ ਸੀਗਾ ਕਿ ਸਮਾਜ ਨੂੰ ਕੁਝ ਪਰਤਿਆ ਕੇ ਦੇਣਾ ਆ, ਤੇ ਉਹ ਮਕਸਦ ਹੁਣ ਖਤਮ ਹੋ ਗਿਆ। ਉਸ ਮਕਸਦ ਦੇ ਵਿੱਚੋਂ ਨਿਕਲੇ ਹੋਏ ਲੀਡਰ, ਜਿਨ੍ਹਾਂ ਦੇ ਵਿੱਚ ਤੁਹਾਡਾ ਵੀ ਜ਼ਿਕਰ ਕੀਤਾ ਜਾ ਸਕਦਾ ਆ, ਹੋਰ ਵੀ ਕਈ ਲੀਡਰ ਉਸ ਮਕਸਦ ਦੇ ਵਿੱਚੋਂ ਨਿਕਲੇ ਸੀਗੇ, ਕਿ ਅੱਜ ਉਹੀ ਲੀਡਰ ਜਿਨ੍ਹਾਂ ਨੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਹੋਰਾਂ ਨਾਲ ਕੰਮ ਵੀ ਕੀਤਾ ਆ, ਸਮਾਜ ਦੇ ਲਈ ਕੰਮ ਕੀਤਾ, ਸਮਾਜ ਨੂੰ ਬਦਲਵੇਂ ਰੂਪ 'ਚ ਦਿੱਤਾ ਵੀ ਬਹੁਤ ਕੁਛ ਆ, ਅੱਜ ਕਿਉਂ ਨਹੀਂ ਉਹ ਸਮਾਜ ਨੂੰ ਉਹ ਸਾਰਾ ਕੁਝ ਦੇ ਰਿਹਾ? ਕਿਉਂ ਉਹਨਾਂ ਦੀ ਸਿਆਸਤ ਕਰਨ ਦਾ ਤਰੀਕਾ ਜਿਹੜਾ ਆ ਉਹ ਬਦਲ ਚੁੱਕਾ ਆ? ਚਲੋ ਇਹ ਮੈਂ ਇੱਧਰਲੇ ਪਾਸੇ ਨੂੰ ਜਾਣਾ ਨਹੀਂ ਚਾਹੁੰਦਾ ਕਿ ਜਿਹੜੀ ਜਥੇਬੰਦੀ ਉਹਨਾਂ ਨੇ ਬਣਾਈ ਸੀ ਉਹਦੇ ਕੀ ਫਰਜ਼ ਆ, ਮੈਂ ਇੱਧਰ ਨੂੰ ਜਾਣਾ ਨਹੀਂ ਚਾਹੁੰਦਾ। ਮੈਂ ਤਾਂ ਇਹ ਚਾਹੁੰਦਾ ਵੀ ਜਿਹੜੇ ਵੀ ਸ਼ਡਿਊਲਡ ਕਾਸਟ ਭਾਈਚਾਰੇ ਦੀ ਪੋਲਿਟਿਕਸ ਕਰਦੇ ਆ ਉਹ ਕਾਮਯਾਬ ਹੋਣ, ਲੇਕਿਨ ਸਮਾਜ ਨੂੰ ਵੀ ਕੁਝ ਦੇਣ, ਉਹ ਮੂੰਹ ਵੀ ਖੋਲ੍ਹਣ, ਉਹ ਸਮਾਜ ਦੀਆਂ ਮੁਸ਼ਕਲਾਂ, ਉਹਨਾਂ ਦੀਆਂ ਪ੍ਰੋਬਲਮਸ ਨੂੰ ਪਬਲਿਕ ਦੇ ਪਲੇਟਫਾਰਮ ਤੇ ਲਿਆਉਣ ਦੀ ਹਿੰਮਤ ਵੀ ਰੱਖਣ। ਡਾਕਟਰ ਅੰਬੇਡਕਰ ਸਾਹਿਬ ਨੇ ਕਿਹਾ ਸੀ ਵੀ ਦਲਿਤ ਲੀਡਰ ਜਾਂ ਕਿਸੇ ਲੀਡਰ ਵਿੱਚ ਪੜ੍ਹਿਆ ਲਿਖਿਆ ਹੋਣਾ, ਨੌਲੇਜ ਵਾਲਾ ਹੋਣਾ, ਉਹਦੇ ਨਾਲ ਨਾਲ ਗੱਲ ਕਹਿਣ ਦੀ ਹਿੰਮਤ ਵੀ ਉਹਦੇ ਵਿੱਚ ਹੋਣੀ ਚਾਹੀਦੀ ਹੈ, ਇਮਾਨਦਾਰ ਵੀ ਹੋਣਾ ਚਾਹੀਦਾ, ਪਰ ਉਹ ਗੱਲ ਕਹਿਣ ਦੀ ਹਿੰਮਤ ਰੱਖਦਾ ਹੋਵੇ ਸਹੀ ਸਮੇਂ 'ਤੇ। ਤੁਹਾਨੂੰ ਨੌਲੇਜ ਜਿੰਨੀ ਮਰਜ਼ੀ ਹੋਵੇ, ਤੁਸੀਂ ਆਪਣੇ ਆਪ ਨੂੰ ਸਿਆਸੀ ਲੀਡਰ ਕਹਾਈ ਜਾਓ, ਸੈਲਫ ਸਟਾਈਲਡ,
ਪਰ ਸਮੇਂ ਤੇ ਆਪਣੀ ਗੱਲ ਹੀ ਨਹੀਂ ਕਹਿੰਦੇ, ਆਪਣੀ ਮਤਲਬ ਸਮਾਜ ਦੀ, ਜੀ ਉਹਦਾ ਫਾਇਦਾ ਕੀ ਆ। ਅੱਜ ਮੈਂ ਦੇਖ ਰਿਹਾ ਬਹੁਤ ਸਾਰੇ, ਹੁਣ 34 ਤਾਂ MLA ਵੀ ਆ, ਜੀ ਚਲੋ ਮੇਰੇ ਸਾਥੀ ਆ, ਪਰ 34 ਚੋਂ ਕਿੰਨੇ ਬੰਦੇ ਆ ਜਿਹੜੇ ਆਰਥਿਕ ਸਮਾਜਿਕ ਪ੍ਰੋਬਲਮਾਂ ਦੇ ਉੱਤੇ ਬੋਲਦੇ ਆ, ਜ਼ੁਬਾਨ ਖੋਲ੍ਹਦੇ ਆ। ਉਂਗਲਾਂ ਤੇ ਇੱਕ ਜਾਂ ਦੋ ਉਂਗਲਾਂ ਤੇ ਆ ਸਕਦੇ ਹੋ। ਇਹ ਵਿਡੰਬਣਾ ਆ, ਇਹ ਸਾਡੀ ਮੁਸ਼ਕਲ ਆ। ਉਹ ਸੋਚਦੇ ਆ ਵੀ ਜੇ ਅਸੀਂ ਦਲਿਤਾਂ ਦੀ ਗੱਲ ਕਰਾਂਗੇ ਤਾਂ ਫਿਰ ਇਲੈਕਟੋਰਲ ਪੋਲਿਟਿਕਸ ਵਿੱਚ ਰਹਿਣਾ ਮੁਸ਼ਕਲ ਹੋ ਜਾਏਗਾ। ਇਹ ਉਹੀ ਸਾਡੇ ਗਲ ਵਿੱਚ ਫੰਦਾ ਆ ਜਿਹੜਾ ਗਾਂਧੀ ਜੀ ਨੇ ਪਾਤਾ 1932 ਚ, ਜਿਹੜਾ ਪੂਨਾ ਪੈਕਟ ਹੋ ਗਿਆ। ਜੀ ਸੋ ਉਹੀ ਪ੍ਰੋਬਲਮ ਹੈ ਅੱਜ ਕਿ ਬਹੁਤ ਸਾਰੇ ਸਿਆਸੀ ਲੋਕ, ਬਹੁਤ ਸਾਰੇ ਸਾਂਸਦ, ਵਿਧਾਇਕ, ਉਹ ਅਸਲੀਅਤ ਦਲਿਤਾਂ ਦੀ ਮੁਸ਼ਕਿਲ ਦੀ ਗੱਲ ਕਰ ਹੀ ਨਹੀਂ ਪਾ ਰਹੇ, ਕਿਉਂਕਿ ਉਹਨਾਂ ਦੀ 5 ਸਾਲ ਬਾਅਦ ਜਦੋਂ ਇਲੈਕਸ਼ਨ ਹੁੰਦਾ ਆ ਤੇ ਇਲੈਕਸ਼ਨ ਦਾ ਜਿਹੜਾ ਤਵਾਜ਼ਨ ਆ ਉਹ ਦੂਜਿਆਂ ਦੇ ਹੱਥ 'ਚ ਹੁੰਦਾ ਹੈ। ਨਹੀਂ, ਇੱਥੇ ਇੱਕ ਚੀਜ਼ ਹੋਰ ਵੀ ਹੈ। ਇਹ ਲੱਗਦਾ ਨਹੀਂ ਹੈ ਕਿ ਇਹ ਭਾਵੇਂ ਕਾਂਸ਼ੀ ਰਾਮ ਹੋਰਾਂ ਨੇ ਕਿਸੇ ਹੋਰ ਮਕਸਦ ਨੂੰ ਕੀਤਾ ਸੀ, ਉਦੋਂ ਬਾਅਦ ਉਹ ਧਿਰ ਕਿਸੇ ਹੋਰ ਪਾਸੇ ਨੂੰ ਹੋ ਗਈ, ਜਿਵੇਂ ਤੁਸੀਂ ਕਹਿੰਦੇ ਕਿ ਉਹਦੇ ਬਾਰੇ ਗੱਲ ਨਹੀਂ ਕਰਨੀ, ਉਸ ਪਾਸੇ ਨਹੀਂ ਜਾਣਾ, ਪਰ ਘੱਟੋ ਘੱਟ ਉਹ ਅੰਦੋਲਨ ਇੱਥੋਂ ਤੱਕ ਤਾਂ ਕੰਮ ਕਰ ਗਿਆ ਕਿ ਅੱਜ ਹਰ ਪਾਰਟੀ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਭਾਰਤੀ ਜਨਤਾ ਪਾਰਟੀ ਹੈ, ਇੱਕ ਦਲਿਤ ਵਿੰਗ ਜ਼ਰੂਰ ਰੱਖਦੀ ਹੈ, SC-BC ਵਿੰਗ ਜ਼ਰੂਰ ਰੱਖਦੀ ਹੈ, ਔਰ ਉਹਦੇ ਨੁਮਾਇੰਦੇ ਵੀ ਰੱਖੇ ਜਾਂਦੇ ਬਕਾਇਦਾ। ਉਹ ਧਿਰਾਂ ਬਣਦੀਆਂ ਨੇ, ਉਹਨਾਂ ਨੂੰ ਮਜਬੂਰੀ ਹੋ ਗਈ ਕਿ ਆਪਣੇ ਵਿੱਚ ਇੱਦਾਂ ਦੀ ਇੱਕ ਧਿਰ ਰੱਖਣੀ ਪੈ ਰਹੀ ਹੈ। ਬਾਵਜੂਦ ਇਸ ਦੇ ਕਿ ਹਰ ਪਾਰਟੀ ਦੇ ਵਿੱਚ ਹੁਣ ਵਿੰਗ ਬਣ ਗਿਆ, ਹਰ ਪਾਰਟੀ ਦੇ ਵਿੱਚ ਦਲਿਤ ਆਗੂ ਹੈਗੇ ਆ, ਉਹ ਆਪਣੇ ਸਮਾਜ ਲਈ, ਆਪਣੀ ਧਿਰ ਲਈ ਕਿਉਂ ਨਹੀਂ ਆਵਾਜ਼ ਬੁਲੰਦ ਕਰ ਪਾਉਂਦੇ? ਤੁਸੀਂ ਕਹਿੰਦੇ ਕਿ ਪੋਟਿਆਂ ਤੇ ਗਿਣੇ ਜਾ ਸਕਦੇ, ਇੱਕ ਦੋ ਹੋਣਗੇ। ਕਾਰਨ ਕੀ ਹੈ ਕਿ ਜਦੋਂ ਲੀਡਰ ਬਣ ਜਾਂਦਾ ਹੈ ਕੋਈ ਦਲਿਤ, ਤੇ ਉਦੋਂ ਉਹ ਆਪਣੇ ਸਮਾਜ ਪ੍ਰਤੀ ਜਿਹੜੀ ਜਵਾਬਦੇਹੀ ਆ ਉਹ ਖਾਰਜ ਕਰ ਜਾਂਦਾ, ਸਿਰਫ ਜਿੱਤਣਾ ਉਹਦਾ ਮਕਸਦ ਹੋ ਜਾਂਦਾ, ਬਾਕੀ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ, ਸਿਧਾਂਤ ਖਤਮ ਹੋ ਜਾਂਦੇ ਆ। ਸਿਧਾਂਤ ਉਹਨਾਂ ਲੋਕਾਂ ਵਾਸਤੇ ਖਤਮ ਜਿਨ੍ਹਾਂ ਦੇ ਸਿਧਾਂਤ ਹੁੰਦੇ ਹੀ ਨਹੀਂ, ਤਾਂ ਉਹਨਾਂ ਕੋਲੋਂ ਤੁਸੀਂ ਸਿਧਾਂਤਾਂ ਦੀ ਉਮੀਦ ਵੀ ਨਹੀਂ ਰੱਖ ਸਕਦੇ। ਜਿਹੜੇ ਸਿਰਫ ਕਿਸੇ ਪੋਜੀਸ਼ਨ ਵਾਸਤੇ, MLA ਬਣਨ ਲਈ, ਮਿਨਿਸਟਰ ਬਣਨ ਵਾਸਤੇ ਆਉਂਦੇ ਆ, ਤਾਂ ਉਹਨਾਂ ਦਾ ਤਾਂ ਸਿਧਾਂਤ ਇਹੀ ਹੁੰਦਾ ਕਿ ਮੈਂ ਰਾਜਨੀਤੀ ਵਿੱਚ ਅੱਗੇ ਜਾਣਾ। ਲੇਕਿਨ ਕੁਝ ਲੋਕ ਹੁੰਦੇ ਆ ਜਿਹੜੇ ਕਿਸੇ ਮਿਸ਼ਨ ਦੇ ਤਹਿਤ ਜਾਂ ਕਿਸੇ ਸੋਚ ਦੇ ਤਹਿਤ ਆਏ ਹੁੰਦੇ ਆ, ਉਹ ਕਿਤੇ ਵੀ ਚਲੇ ਜਾਣ, ਉਹ ਆਪਣਾ ਰੰਗ ਤਾਂ ਜ਼ਰੂਰ ਦਿਖਾਉਂਦੇ ਆ। ਸੋ ਇਹ ਤੁਸੀਂ ਗੱਲ ਕੀਤੀ ਵੀ ਸਾਰੀਆਂ ਪਾਰਟੀਆਂ 'ਚ ਵਿੰਗ ਬਣੇ ਆ, ਠੀਕ ਹੈ। ਕੁਝ ਪਾਰਟੀਆਂ, ਕੁਝ ਵਿਚਾਰਧਾਰਾਵਾਂ ਤਾਂ ਪਹਿਲਾਂ ਦਲਿਤਾਂ ਨੂੰ ਰਿਕੋਗਨਾਈਜ਼ ਹੀ ਨਹੀਂ ਕਰਦੀਆਂ ਸੀ, ਹੁਣ ਉਹ ਵਿੰਗ ਬਣਾਉਂਦੀਆਂ ਵੋਟਾਂ ਕਰਕੇ। ਲੇਕਿਨ ਜੇ ਤੁਹਾਨੂੰ ਪਾਰਟੀ ਵਿੱਚ ਗੱਲ ਕਹਿਣ ਦਾ ਮੌਕਾ ਮਿਲ ਜਾਵੇ, ਦਿੱਤਾ ਜਾਵੇ, ਤਾਂ ਮੈਂ ਸਮਝਦਾ ਕੋਈ ਮਾੜੀ ਗੱਲ ਨਹੀਂ ਵਿੰਗ ਬਣਾਉਣ। ਤੁਸੀਂ ਆਪਣੀ ਗੱਲ ਕਹੋ, ਆਪਣੀ ਮੁਸ਼ਕਲ ਨੂੰ ਉੱਥੇ ਪਲੇਟਫਾਰਮ ਤੇ ਕਹਿ ਸਕੋ, ਤੇ ਤੁਹਾਡੀ ਪਾਰਟੀ ਲੀਡਰਸ਼ਿਪ ਉਹਨੂੰ ਸੁਣੇ ਤਾਂ ਉੱਤੇ ਐਕਸ਼ਨ ਕਰੇ, ਤੇ ਬਹੁਤ ਵਧੀਆ ਗੱਲ ਹੈ। ਪਰ ਜਿੱਦਾਂ ਭਾਰਤੀ ਜਨਤਾ ਪਾਰਟੀ ਵੀ ਹੁਣ ਤਾਂ ਸੱਤਾ 'ਚ ਬੜੀ ਦੇਰ ਤੋਂ, ਬੜੇ ਸੂਬਿਆਂ 'ਚ ਇਹਨਾਂ ਦੀਆਂ ਸਰਕਾਰਾਂ ਸੀ, ਲੇਕਿਨ ਇਹ ਸਿਰਫ ਡਾਕਟਰ ਅੰਬੇਡਕਰ ਸਾਹਿਬ ਦਾ ਨਾਂ ਇਸ ਕਰਕੇ ਲੈਂਦੇ ਆ ਕਿਉਂਕਿ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਦਲਿਤ ਬਾਪੂ ਦਾ ਨਾਂ ਛੱਡ ਕੇ ਬਾਬਾ ਸਾਹਿਬ ਦਾ ਨਾਂ ਜਪਣ ਲੱਗ ਗਏ ਆ। ਸੋ ਇਹਨਾਂ ਨੂੰ ਲੱਗਦਾ ਵੀ ਹੁਣ ਜੇ ਬ੍ਰੈਡ ਨਾਲ ਨਹੀਂ ਮਰਦੇ ਤਾਂ ਹੁਣ ਮਿੱਸੀ ਰੋਟੀ ਨਾ ਮਾਰ ਲਓ ਇਹਨਾਂ ਨੂੰ ਜੀ। ਸੋ ਗੱਲ ਇਹ ਆ ਵੀ ਅੱਜ ਦੇਸ਼ ਦੀ ਸਰਕਾਰ 6 ਸਾਲ ਹੋ ਚੱਲੇ ਬਣੀ ਲਗਾਤਾਰ, ਪਹਿਲਾਂ ਵੀ 10 ਸਾਲ ਰਹੀ ਆ ਕਾਂਗਰਸ ਦੀ। ਦਲਿਤ ਲੋਕਾਂ ਦੇ, ਪਛੜੇ ਲੋਕਾਂ ਦੇ ਆਰਥਿਕ ਉਥਾਨ ਵਾਸਤੇ, ਆਰਥਿਕ ਆਜ਼ਾਦੀ ਵਾਸਤੇ ਕੀ ਕੀਤਾ? ਕਿਸੇ ਨੂੰ ਗਵਰਨਰ ਬਣਾ ਦਿਓ, ਕਿਸੇ ਨੂੰ ਰਾਸ਼ਟਰਪਤੀ ਬਣਾ ਦਿਓ, ਉਹਨਾਂ ਕੋਈ ਭਲਾ ਹੋਣ ਵਾਲਾ ਨਹੀਂ। ਇੱਕ ਚੀਜ਼ ਜ਼ਰੂਰ ਹੈ ਟੀਨੂ ਸਾਹਿਬ, ਕਿਉਂਕਿ ਜਿੰਨਾ ਕੁ ਤੁਹਾਡਾ ਤਜਰਬਾ ਹੋ ਗਿਆ, ਮੈਨੂੰ ਲੱਗਦਾ ਕਿ ਬਹੁਤ ਬੇਬਾਕ ਗੱਲਾਂ ਵੀ ਕਰ ਦਿੰਦੇ ਹੋ ਤੁਸੀਂ, ਟਿੱਕਾ ਟਿੱਪਣੀਆਂ ਕਰਨ ਲੱਗੇ ਵੀ ਲਿਹਾਜ਼ ਨਹੀਂ ਕਰਦੇ ਕਿ ਤੁਸੀਂ ਆਪਣੀ ਪਾਰਟੀ ਦੇ ਖਿਲਾਫ ਬੋਲ ਰਹੇ ਹੋ, ਪਾਰਟੀ ਲਾਈਨ ਤੋਂ ਅਲੱਗ ਹੋ ਕੇ ਬੋਲਦੇ ਹੋ। ਇਹ ਵੀ ਚੀਜ਼ਾਂ ਦਾ ਤੁਸੀਂ ਬੇਪਰਵਾਹ ਹੋ ਕੇ ਗੱਲ ਕਰਦੇ ਹੋ, ਪਰ ਨਿੱਠ ਕੇ ਗੱਲ ਕਰਨੀ ਹੈ, ਇਹ ਗੱਲ ਵੀ ਲਗਭਗ ਤੈਅ ਆ।
ਪਰ ਇਦਾਂ ਨਹੀਂ ਲੱਗਦਾ ਕਿ ਜਿਸ ਤਰੀਕੇ ਨਾਲ ਹੁਣ ਭਾਜਪਾ ਕਹਿੰਦੀ ਕਿ ਮੁੱਖ ਮੰਤਰੀ ਦਾ ਚਿਹਰੇ ਦਾ ਉਮੀਦਵਾਰ ਅਸੀਂ ਬਣਾ ਸਕਦੇ ਹਾਂ, ਅਕਾਲੀ ਦਲ ਦੇ ਵਿੱਚ ਫਗਵਾੜੇ ਦੀ ਰੈਲੀ 'ਚ ਗੱਲ ਉੱਠੀ ਸੀਗੀ ਕਿ ਉਪ ਮੁੱਖ ਮੰਤਰੀ ਜਿਹੜਾ ਹੋਵੇ ਉਹ ਇਸ ਧਿਰ ਦੇ ਵਿੱਚੋਂ ਹੋਣਾ ਚਾਹੀਦਾ। ਤੁਸੀਂ ਇੰਨੀ ਗੱਲ ਨਹੀਂ ਚੁੱਕ ਸਕੇ ਕਿ ਅੱਜ ਤੁਹਾਨੂੰ ਜੇ ਬਾਕੀ ਪਾਰਟੀਆਂ ਦਲਿਤ ਦੀ ਗੱਲ ਕਰਦੀਆਂ ਤਾਂ ਤੁਹਾਨੂੰ ਉਪ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਜਿਹੜਾ ਉਹ ਦਲਿਤ ਨਜ਼ਰ ਆਉਣ ਲੱਗ ਪਿਆ, ਦਲਿਤ ਲੀਡਰ ਨਜ਼ਰ ਆਉਣ ਲੱਗ ਪਿਆ। ਇਸ ਤੋਂ ਪਹਿਲਾਂ ਤੁਸੀਂ ਦਲਿਤਾਂ ਬਾਰੇ ਕਿਉਂ ਨਹੀਂ ਸੋਚਿਆ, ਕਿਉਂ ਨਹੀਂ ਇਸ ਪਾਸੇ ਵੱਲ ਗੱਲ ਕੀਤੀ ਕਿ ਦਲਿਤ ਨੂੰ ਵੀ ਨੁਮਾਇੰਦਗੀ ਉਸੇ ਤਰੀਕੇ ਨਾਲ ਸਰਕਾਰਾਂ ਦੇ ਵਿੱਚ ਮਿਲਣੀ ਚਾਹੀਦੀ ਆ ਜਿਸ ਤਰੀਕੇ ਨਾਲ ਹੁਣ ਚਰਚਾ ਚੱਲਦੀ ਪਈ ਆ, ਜਾਂ ਗੱਲਾਂ ਕਰਦੇ ਹੋ ਤੁਸੀਂ? ਦੇਖੋ, ਨੁਮਾਇੰਦਗੀ ਤਾਂ ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਆ ਜੀ। 129 ਸਮਥਿੰਗ ਲੋਕ ਸਭਾ ਦੇ ਮੈਂਬਰ ਜਿੱਦੇ ਆ, 34 ਐਮਐਲਏ ਵੀ ਬੈਠੇ ਨੁਮਾਇੰਦਗੀ ਲੈ ਕੇ, ਕੁਝ ਮਿਨਿਸਟਰ ਵੀ ਬਣੇ ਆ। ਮਸਲਾ ਇਹ ਆ ਵੀ ਸਿਰਫ ਨੁਮਾਇੰਦਗੀ ਦੇਣ ਨਾਲ ਕੁਝ ਨਹੀਂ ਹੋਣਾ, ਹਾਲਾਤ ਨਹੀਂ ਬਦਲਨੇ ਗਰੀਬ ਦੇ। ਨੁਮਾਇੰਦਗੀ ਕਿਹਨੂੰ ਦਿੰਦੇ ਆ ਤੁਸੀਂ? ਹੁਣ ਰਾਸ਼ਟਰਪਤੀ ਵੀ ਦਲਿਤ ਭਾਈਚਾਰੇ 'ਚੋਂ ਆ, ਕੀ ਬਦਲਿਆ? ਸਾਡਾ ਕੀ ਬਦਲ ਗਿਆ? ਦਲਿਤਾਂ ਦਾ ਕੀ, ਕੁੱਲੀ ਨੂੰ ਕਿਹੜੇ ਲੈਂਟਰ ਪੈ ਗਿਆ? ਗਵਰਨਰ ਵੀ ਬਣਦੇ ਆ, ਮਿਨਿਸਟਰ ਵੀ ਆ, ਕੇਂਦਰ 'ਚ ਬਣੇ ਆ ਇਸ ਵੇਲੇ, ਪਾਸਵਾਨ 'ਚ ਵੀ ਰਹੇ ਕਾਫੀ ਦੇਰ ਮਿਨਿਸਟਰ। ਤੁਸੀਂ ਕਿਸ ਤਰ੍ਹਾਂ ਦੇ ਬੰਦੇ ਨੂੰ ਅੱਗੇ ਲੈ ਕੇ ਆਉਂਦੀਆਂ ਰਾਜਨੀਤਿਕ ਪਾਰਟੀਆਂ, ਉਹ ਜ਼ਿਆਦਾ ਇੰਪੋਰਟੈਂਟ ਆ। ਕੀ ਰਾਜਨੀਤਿਕ ਪਾਰਟੀਆਂ ਦਾ ਆਪਣਾ ਏਜੰਡਾ ਇਸ ਦੱਬੇ ਕੁਚਲੇ ਸੈਕਸ਼ਨ ਵਾਸਤੇ ਸਿੰਸੀਅਰ ਹੈ, ਇਹ ਜ਼ਿਆਦਾ ਇੰਪੋਰਟੈਂਟ ਹੈ। ਇੱਕ ਕਿਸੇ ਨੂੰ ਉੱਚੀ ਗੱਦੀ ਤੇ ਬਿਠਾ ਦੇਣਾ ਤੇ ਕਹਿਣਾ ਬਸ ਉਧਰ ਨੂੰ ਦੇਖੀ ਜਾ ਤੇ ਵੋਟਾਂ ਥੱਲੇ ਸਾਨੂੰ ਪਾਈ ਜਾ, ਉਹ ਤਾਂ ਧੋਖਾ ਹੈ। ਇਹਦਾ ਮਤਲਬ ਸਿਆਸੀ ਪਾਰਟੀਆਂ ਇੱਕ ਤਰੀਕੇ ਨਾਲ ਡਮੀ ਲੀਡਰ ਲੈ ਰਹੀਆਂ ਨੇ ਇਸ ਸਮੁਦਾਇ ਦੇ ਵਿੱਚੋਂ ਤਾਂ ਕਿ ਉਹਨਾਂ ਨੂੰ ਇਸਤੇਮਾਲ ਹੀ ਕੀਤਾ ਜਾ ਸਕੇ, ਉਹ ਗੱਲ ਨਾ ਕਰ ਸਕਣ ਆਪਣੇ ਸਮੁਦਾਇ ਦੀ। ਇਹਦੀ ਸ਼ੁਰੂਆਤ ਸ਼ੁਰੂ 'ਚ ਕਾਂਗਰਸ ਪਾਰਟੀ ਨੇ ਕੀਤੀ। ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਮੂਲ ਪ੍ਰੋਬਲਮਸ ਦੇ ਉੱਤੇ ਬੋਲਦੇ ਸੀ, ਉਹਨਾਂ ਦੀਆਂ ਕਿਤਾਬਾਂ ਆ ਬਹੁਤ ਸਾਰੀਆਂ, ਤਾਂ ਉਸ ਵੇਲੇ ਕਾਂਗਰਸ ਨੇ ਡੰਮੀ ਲੀਡਰਸ਼ਿਪ ਨੂੰ ਅੱਗੇ ਲਿਆਂਦਾ, ਜਿਹੜੀ ਸਿਰਫ ਉਹਨਾਂ ਦੇ ਇਸ਼ਾਰੇ ਤੇ ਕੰਮ ਕਰਦੀ ਸੀ। ਇਹ ਉਦੋਂ ਤੋਂ ਰੀਤ ਚੱਲੀ ਆਉਂਦੀ ਹੈ, ਹੁਣ ਅੱਜ ਤੱਕ ਚੱਲੀ ਜਾ ਰਹੀ ਹੈ। ਹੁਣ ਦੂਜੀਆਂ ਪਾਰਟੀਆਂ ਨੇ ਵੀ ਫੜ ਲਿਆ, ਇਹ ਨੁਕਸਾਨ ਹੋਇਆ, ਦੇਸ਼ ਦਾ ਵੀ ਨੁਕਸਾਨ ਹੈ ਇਹਦੇ ਵਿੱਚ, ਸਮਾਜ ਦਾ ਵੀ ਨੁਕਸਾਨ ਹੈ। ਹਰ ਸੈਕਸ਼ਨ ਦੇ ਰੀਅਲ ਲੀਡਰ, ਨੌਲੇਜ ਵਾਲੇ ਲੀਡਰ ਜਿਹੜੇ ਅੱਗੇ ਆਉਣੇ ਚਾਹੀਦੇ ਆ। ਪਵਨ ਕੁਮਾਰ ਟੀਨੂ ਹੋਰੀ ਕਿਤੇ ਡੰਮੀ ਬਣਦੇ ਨਜ਼ਰ ਆਉਂਦੇ ਆ ਕਿ ਨਹੀਂ, ਸਮਾਜ ਦੀ ਗੱਲ ਕਰਦੇ ਆ ਪਲੇਟਫਾਰਮ ਤੇ, ਜਾਂ ਉਹਨਾਂ ਨੂੰ ਵੀ ਡਰ ਲੱਗਦਾ ਕਿ ਜਿਹੜੀ ਵੋਟ ਪੋਲਿਟਿਕਸ ਆ ਜਿਹੜੀ ਹੈ ਉਹਦਾ ਕਰਕੇ ਮੈਨੂੰ ਥੋੜ੍ਹਾ ਜਿਹਾ ਸੰਭਲ ਕੇ ਚੱਲਣਾ ਪਏਗਾ, ਪਾਰਟੀ ਦੇ ਮੁਤਾਬਕ ਚੱਲਣਾ ਪਏਗਾ, ਜਿਹੜੇ ਸਿਧਾਂਤ ਹੈ, ਜਿਹੜੀ ਵਿਚਾਰਧਾਰਾ ਹੈ, ਜਿਸ ਧਿਰ ਦੀ ਨੁਮਾਇੰਦਗੀ ਕਰ ਰਿਹਾ ਮੈਂ, ਉਹਦੇ ਤੋਂ ਥੋੜ੍ਹੀ ਜਿਹੀ ਦੂਰੀ ਜਾਂ ਉਹਦੇ ਤੋਂ ਥੋੜ੍ਹਾ ਜਿਹਾ ਵਖਰੀਮਾ ਬਣਾ ਕੇ ਚੱਲਣਾ ਪਏਗਾ। ਜਸਵੀਰ ਜੀ, ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਜਥੇਬੰਦੀ ਆ ਜਿਹੜੀ ਗੁਰੂਆਂ ਦੀ ਵਿਚਾਰਧਾਰਾ ਦੇ ਉੱਤੇ ਚੱਲਦੀ ਹੈ, ਪਹਿਰਾ ਦੇਣ ਵਾਲੀ ਹੈ। ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ, ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਐਸੀ ਵਿਚਾਰਧਾਰਾ ਜਿਹੜੀ ਦੁਨੀਆ 'ਚ ਯੂਨੀਕ ਹੈ, ਸਾਰੇ ਜੀਵਾਂ ਇਨਸਾਨਾਂ ਨੂੰ ਇਕੱਠੇ ਕਰਦੀ ਹੈ, ਸਰਬੱਤ ਦੇ ਭਲੇ ਦੀ ਗੱਲ ਕਰਦੀ। ਤੇ ਸ਼੍ਰੋਮਣੀ ਅਕਾਲੀ ਦਲ 'ਚ ਮੈਨੂੰ ਨਹੀਂ ਲੱਗਦਾ, ਮੈਨੂੰ ਵੀ ਹੁਣ 13-14 ਸਾਲ ਹੋ ਗਏ ਕੰਮ ਕਰਦੇ ਨੂੰ, ਸੇਵਾ ਕਰਦੇ ਨੂੰ, ਮੈਨੂੰ ਨਹੀਂ ਕਦੀ ਵੀ ਲੱਗਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਦੀ ਕਿਸੇ ਨੂੰ ਰੋਕਦੀ ਹੋਵੇ ਜਾਂ ਮੱਥੇ ਤੇ ਵੱਟ ਪਾਉਂਦੀ ਹੋਵੇ, ਤੀੜੀ ਪਾਉਂਦੀ ਹੋਵੇ। ਇਸੇ ਕਰਕੇ ਅੱਜ ਨਵਾਂ ਜਿਹੜਾ ਨੌਜਵਾਨ ਬੱਚਾ ਆ, ਕਿਉਂਕਿ ਦੇਖੋ ਹੱਲ ਤਾਂ ਬਹੁਤ ਸਾਰੇ ਸਾਡੇ ਪੜ੍ਹਾਈ ਦੇ, ਸਾਡੀਆਂ ਨੌਕਰੀਆਂ ਦੇ, ਆਰਥਿਕ ਹੱਲ ਜਿਹੜੇ ਰਾਜਨੀਤਿਕ ਸਿਸਟਮ 'ਚ ਰਹਿ ਕੇ ਲੱਭੇ ਜਾ ਸਕਦੇ। ਇਸੇ ਕਰਕੇ ਲੋਕ, ਨਵਾਂ ਨੌਜਵਾਨ ਪੰਜਾਬ ਦਾ ਕਾਂਗਰਸ ਤੋਂ ਵੀ ਬਹੁਤ ਬੁਰੀ ਤਰ੍ਹਾਂ ਅੱਕ ਗਿਆ, ਤੇ ਬੀਜੇਪੀ ਦਾ ਤਾਂ ਸਭ ਨੂੰ ਪਤਾ ਹੀ ਆ ਵੀ ਉਹਦੀ ਵਿਚਾਰਧਾਰਾ ਹੀ ਲੱਗ ਗਿਆ, ਬਿਲਕੁਲ ਹੋ ਰਿਹਾ। ਕਮਿਊਨਿਸਟ ਲਹਿਰਾਂ ਫੇਲ ਹੋ ਗਈਆਂ, ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨੀ ਵੀ ਲੀਡਰਸ਼ਿਪ ਆ, ਅਸੀਂ ਸਾਰੇ ਸੇਵਾ ਕਰਦੇ ਆ, ਸਾਨੂੰ ਕਦੀ ਅਹਿਸਾਸ ਹੀ ਨਹੀਂ ਹੋਇਆ। ਮੈਨੂੰ ਕਈ ਵਾਰੀ ਪੁੱਛਦੇ ਸੀ ਲੋਕ ਬਈ ਉੱਥੇ ਰਹਿ ਕੇ ਚੁੱਪ ਤਾਂ ਨਹੀਂ ਕਰਨਾ ਪੈਂਦਾ? ਮੈਂ ਕਿਹਾ ਯਾਰ, ਉਹ ਤਾਂ ਸਾਨੂੰ ਕਹਿੰਦੇ ਆ ਵੀ ਭਾਈ ਤੁਸੀਂ ਆਪਣੇ ਭਾਈਚਾਰੇ ਦੀ ਗੱਲ ਕਰੋ, ਤੇ ਮੈਂ ਕਿਹਾ ਸਾਰੀ ਲੀਡਰਸ਼ਿਪ ਸਾਡੀ ਭਾਈਚਾਰੇ ਦੀ ਗੱਲ। ਨਾਲੇ ਉਦਾਹਰਨ ਮੈਂ ਕਿ ਆਪਣੇ ਮੂੰਹੋਂ ਕਹਾਂ,
ਮੈਂ ਤਾਂ ਜਦੋਂ ਸਾਡੀ ਸਰਕਾਰ ਸੀ, ਜਦੋਂ ਮੈਂ ਪਿਛਲੀ ਟਰਮ ਵਿੱਚ ਐਮਐਲਏ ਸੀ, ਮੈਂ ਤਾਂ ਆਪਣੀ ਸਰਕਾਰ ਦੇ ਆਪਣੇ ਮਿਨਿਸਟਰਾਂ ਦੇ ਖਿਲਾਫ ਵਿਧਾਨ ਸਭਾ 'ਚ ਅਸੀਂ ਬੋਲਦੇ ਰਹੇ ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ਤੇ ਹੁਣ ਆਪੋਜੀਸ਼ਨ ਤਾਂ ਹੁਣ ਵੀ ਬੋਲਦੇ ਆ। ਮੈਨੂੰ ਕਈ ਵਾਰੀ ਜਸਵੀਰ ਜੀ ਬੜਾ ਅਫਸੋਸ ਹੁੰਦਾ ਆ, ਮੈਂ ਕਈ ਵਾਰੀ ਦੁੱਖ ਮਹਿਸੂਸ ਕਰਦਾ ਵੀ ਦੂਜੀਆਂ ਪਾਰਟੀਆਂ ਦੇ ਲੋਕ ਕਿਉਂ ਨਹੀਂ ਬੋਲਦੇ, ਕਿਉਂ ਇਹ ਭੁੱਲ ਗਏ ਆ ਵੀ ਸਾਨੂੰ ਇਸ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਕਿਸੇ ਨੇ ਚੜ੍ਹਨ ਦੇਣੀਆਂ ਸੀ ਜੇ ਰਿਜ਼ਰਵੇਸ਼ਨ ਨਾ ਹੁੰਦੀ। ਮੈਂ ਅੱਜ ਵੀ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਕਿ ਜਿੱਡੀ ਮਰਜ਼ੀ ਮਜ਼ਬੂਤ ਪਾਰਟੀ ਹੋਵੇ, ਜਿੱਡਾ ਮਰਜ਼ੀ ਮਜ਼ਬੂਤ ਤੁਹਾਡਾ ਨੇਤਾ ਹੋਵੇ, ਤੁਹਾਡੀ ਸਰਕਾਰ ਹੋਵੇ, ਦਲਿਤ ਭਾਈਚਾਰੇ ਨੂੰ, ਦੱਬੇ ਕੁਚਲੇ ਲੋਕਾਂ ਨੂੰ ਕਦੀ ਪਾਰਲੀਮੈਂਟਾਂ ਤੇ ਕਦੀ ਵਿਧਾਨ ਸਭਾਵਾਂ 'ਚ, ਗਵਰਨਰ ਹਾਊਸਾਂ 'ਚ ਕਿਸੇ ਨੇ ਵੜ ਨਹੀਂ ਦੇਣਾ ਸੀ ਜੇ ਸਾਡਾ ਸੰਵਿਧਾਨ ਨਾ ਹੁੰਦਾ। ਇਹ ਸਭ ਸੰਵਿਧਾਨ ਦੀ ਦੇਣ ਆ। ਇਸ ਕਰਕੇ ਉਹਨੂੰ ਬਚਾਉਣਾ ਤੇ ਆਪਣੇ ਲੋਕਾਂ ਦੀ ਗੱਲ ਕਰਨੀ, ਦੱਬੇ ਕੁਚਲੇ ਲੋਕਾਂ ਦੀ ਗੱਲ ਕਰਨੀ, ਪੀੜਤ ਦੀ ਗੱਲ ਕਰਨੀ, ਜਿਹ 'ਤੇ ਜ਼ੁਲਮ ਹੋ ਰਿਹਾ ਉਹਦੀ ਬਾਂਹ ਫੜਨੀ, ਇਹ ਆਪਾਂ ਨੂੰ ਜ਼ਿੰਦਗੀ ਦਾ ਮਕਸਦ ਸਮਝ ਕੇ ਚੱਲਣਾ ਚਾਹੀਦਾ। ਟੀਨੂ ਸਾਹਿਬ, ਸਮੱਸਿਆ ਤਾਂ ਫਿਰ ਇੱਥੇ ਹੀ ਖੜੀ ਆ ਨਾ। ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕਹਿੰਦੇ ਕਿ ਨੁਮਾਇੰਦੇ ਤਾਂ ਬਹੁਤ ਚੁਣੇ ਗਏ ਪਰ ਕਰਦੇ ਕੱਖ ਨਹੀਂ ਆ, ਡੰਮੀਆਂ ਬਣ ਕੇ ਇੱਕ ਤਰੀਕੇ ਨਾਲ ਹੈਗੇ। ਫਿਰ ਬਾਬਾ ਸਾਹਿਬ ਨੇ ਜਿਹੜਾ ਹੱਕ ਦਿਵਾਇਆ ਕਿ ਰਿਜ਼ਰਵੇਸ਼ਨ ਦਾ ਕਰਕੇ ਤੁਸੀਂ ਚੁਣੇ ਜਾ ਸਕਦੇ ਹੋ, ਤੁਸੀਂ ਪਾਰਲੀਮੈਂਟ ਪਹੁੰਚ ਸਕਦੇ ਹੋ, ਤੁਸੀਂ ਅਸੈਂਬਲੀ 'ਚ ਪਹੁੰਚ ਸਕਦੇ ਹੋ, ਤੁਸੀਂ ਸਰਕਾਰੀ ਨੌਕਰੀਆਂ ਲੈ ਸਕਦੇ ਹੋ। ਜੇ ਉਹ ਲੈਣ ਦੇ ਬਾਵਜੂਦ ਵੀ, ਉੱਥੋਂ ਤੱਕ ਪਹੁੰਚਣ ਦੇ ਬਾਵਜੂਦ ਵੀ ਤੁਸੀਂ ਆਪਣੀ ਧਿਰ ਦੀ ਨੁਮਾਇੰਦਗੀ ਨਹੀਂ ਠੀਕ ਤਰੀਕੇ ਨਾਲ ਕਰ ਸਕੇ, ਉਹਦੀਆਂ ਮੁਸ਼ਕਲਾਂ ਦਾ ਹੱਲ, ਨੁਮਾਇੰਦਗੀ ਕਰਨ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੀ ਧਿਰ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਹੁੰਦਾ। ਜੇ ਤੁਸੀਂ ਉਹੀ ਨਾ ਕਰ ਸਕੇ ਤੇ ਫਿਰ ਪਹੁੰਚਣ ਦਾ ਕੀ ਫਾਇਦਾ ਰਿਹਾ? ਬਾਬਾ ਸਾਹਿਬ ਨੂੰ ਇਸ ਗੱਲ ਦਾ ਤਾਂ ਕ੍ਰੈਡਿਟ ਦਿੱਤਾ ਜਾ ਸਕਦਾ, ਪਰ ਜਿਹੜਾ ਮਕਸਦ ਉਹਨਾਂ ਦਾ ਸੀਗਾ ਉਹ ਤਾਂ ਮਕਸਦ ਨਹੀਂ ਨਾ ਪੂਰਾ ਹੋਣ ਦਿੱਤਾ ਦਲਿਤ ਲੀਡਰਾਂ ਨੇ। ਫਿਰ ਦੇਖੋ, ਇਹਦਾ ਕੌਣ ਸਹੀ ਕੰਮ ਕਰਦਾ, ਕਿਹੜਾ ਨੁਮਾਇੰਦਾ ਲੋਕਾਂ ਦੇ ਹੱਕ ਦੀ ਗੱਲ ਕਰਦਾ, ਇਹ ਹੁਣ ਆਪਣੇ ਮੂੰਹੋਂ ਤੋਂ ਸਾਰੇ ਕਹਿਣਗੇ, ਮੈਂ ਵੀ ਕਹੂੰਗਾ, ਦੂਜੇ ਵੀ ਕਹਿਣਗੇ, 33 ਬੰਦੇ। ਲੇਕਿਨ ਇਹ ਫੈਸਲਾ ਅਸਲ 'ਚ ਲੋਕਾਂ ਨੇ ਕਰਨਾ ਹੁੰਦਾ। ਫੈਸਲਾ ਕਰਨ ਦੀ ਘੜੀ ਜਿਹੜੀ ਉਹ ਹੁੰਦੀ ਸਿਰਫ ਇਲੈਕਸ਼ਨ 'ਚ ਹੀ ਤੁਸੀਂ ਦੱਸਦੇ ਆ ਅਗਲੇ ਨੂੰ। ਤੇ ਲੋਕਾਂ ਨੂੰ ਸਹੀ ਤਰੀਕੇ ਜਿਹੜੇ ਨੁਮਾਇੰਦੇ ਆ, ਜਿਹੜੇ ਉਹਨਾਂ ਦੀ ਗੱਲ ਰੱਖਦੇ ਆ, ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਦਾ ਤਰਜਮਾ ਕਰਦੇ ਆ, ਨੁਮਾਇੰਦਗੀ ਕਰਦੇ ਆ, ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ। ਜਿਹੜੇ ਨਹੀਂ ਕਰਦੇ ਤਾਂ ਉਹਨਾਂ ਨੂੰ ਛੁੱਟੀ ਕਰਨੀ ਚਾਹੀਦੀ। ਸੋ ਹੋਰ ਕੋਈ ਇਹਦਾ ਦੂਜਾ ਕੋਈ ਪੈਮਾਨਾ ਨਹੀਂ। ਲੋਕ ਸਿਆਸਤ ਤੋਂ ਅਣਜਾਣ ਹੋਣ ਕਰਕੇ ਕਈ ਵਾਰੀ ਗਲਤ ਫੈਸਲੇ ਲੈ ਲੈਂਦੇ। ਇਸੇ ਕਰਕੇ ਅਸੀਂ ਜ਼ੋਰ ਲਾਉਂਦੇ ਆ ਵੀ ਐਜੂਕੇਸ਼ਨ ਜਿਹੜੀ ਆ ਉਹ ਬਹੁਤ ਬਿਹਤਰ ਹੋਣੀ ਚਾਹੀਦੀ ਸਾਰਿਆਂ ਲਈ। ਮੈਂ ਇਕੱਲੇ ਸ਼ਡਿਊਲ ਕਾਸਟਾਂ ਦੀ ਗੱਲ ਨਹੀਂ ਕਰਦਾ। ਪੰਜਾਬ 'ਚ ਅੱਜ 72% ਲੋਕ ਪੜ੍ਹੇ ਲਿਖੇ ਆ, 73% 56% ਸ਼ਡਿਊਲ ਕਾਸਟ ਹੈ, ਜਿਹਨੂੰ ਆਪਾਂ ਖੁਸ਼ਹਾਲ ਸੂਬਾ ਕਹਿੰਦੇ ਆ, ਬਹੁਤ ਅਗਾਂਹ ਵਧੂ ਸੂਬਾ ਕਹਿੰਦੇ ਆ। ਇੱਥੇ ਤਾਂ ਜੇ ਵਿਦੇਸ਼ਾਂ ਦੇ ਰਸਤੇ ਨਾ ਖੁੱਲ੍ਹੇ ਹੁੰਦੇ ਨਾ, ਅੱਜ ਤੋਂ 40 ਸਾਲ ਪਹਿਲਾਂ ਜੇ ਅਰਬ ਨਾ ਖੁੱਲ੍ਹਾ ਹੁੰਦਾ, ਅਰਬ ਤੋਂ ਬਾਅਦ ਯੂਰਪ ਨਾ ਜਾਂਦੇ ਲੋਕ, ਤਾਂ ਇੱਥੇ ਤਾਂ ਹਾਲਾਤ ਯੂਪੀ ਵਰਗੇ ਹੋਣੇ ਸੀ। ਇਹਦੇ ਵਿੱਚ ਕਿਸੇ ਸਰਕਾਰ ਦਾ ਕੋਈ ਯੋਗਦਾਨ ਨਹੀਂ। ਇਹ ਦੁਆਬੇ ਦੇ ਜਾਂ ਆਲੇ ਦੁਆਲੇ ਦੇ ਲੋਕਾਂ ਦਾ, ਸ਼ਡਿਊਲ ਕਾਸਟ ਲੋਕਾਂ ਦੀ ਆਪਣੀ ਮਿਹਨਤ ਆ, ਆਪਣੀ ਹਿੰਮਤ ਆ। ਉਹ ਵਿਚਾਰੇ ਚਲੇ ਗਏ ਬਾਹਰ। ਤੇ ਅੱਜ ਲੋੜ ਆ ਇਹ ਸਮਝਣ ਦੀ ਕਿ ਰਾਜਸੀ ਜਿਹੜੀਆਂ ਧਿਰਾਂ ਹੁੰਦੀਆਂ ਆ ਉਹ ਬਹੁਤ ਵੱਡੇ ਕੰਮ ਕਰ ਸਕਦੀਆਂ, ਫੈਸਲੇ ਲੈ ਸਕਦੀਆਂ ਤੇ ਸਰਕਾਰਾਂ ਨੂੰ ਮਜਬੂਰ ਕਰ ਸਕਦੀਆਂ ਕਿ ਉਹਨਾਂ ਦੇ ਹੱਕ ਦੀ ਪਾਲਿਸੀ ਬਣੇ। ਅੱਜ ਕੋਈ ਵੀ ਸਰਕਾਰ ਉਹ ਸਿਰਫ ਵੋਟਾਂ ਤਾਂ ਲੈਂਦੀ ਆ, ਲੇਕਿਨ ਬਾਅਦ ਵਿੱਚ ਜਿਹੜੀਆਂ ਪ੍ਰਚਲਿਤ ਤੇ ਚਾਲੂ ਜਿਹੀਆਂ ਸਕੀਮਾਂ ਹੈ ਨਾ, ਉਹੀ ਚਲਦੀਆਂ ਰਹਿੰਦੀਆਂ ਬਸ। ਜਦ ਕਿ ਜ਼ੋਰ ਪੜ੍ਹਾਈ ਤੇ ਇੰਪਲੋਇਮੈਂਟ ਤੇ ਹੋਣਾ ਚਾਹੀਦਾ। ਸਵਾਲ ਆ, ਸਾਡੀ ਗੱਲਬਾਤ ਜਿੰਨੀ ਕੁ ਚੱਲੀ ਆ ਉਨੀ ਕੁ ਸੁਣ ਕੇ ਸਾਡੇ ਵਿਊਵਰਸ ਜਿਹੜੇ ਆ ਉਹ ਵੀ ਇਹ ਕਰਨਗੇ ਕਿ ਸਵਾਲ ਤਾਂ ਇਹ ਵੀ ਬਣਦਾ ਫਿਰ ਪਵਨ ਕੁਮਾਰ ਟੀਨੂ ਗੱਲਾਂ ਤਾਂ ਬਹੁਤ ਕਰਦੇ ਨੇ, ਉਹਨਾਂ ਨੇ ਖੁਦ ਕੀ ਕੀਤਾ ਆ? ਖੁਦ ਕਿੰਨਾ ਕੁ ਧਿਰ ਦੀ ਨੁਮਾਇੰਦਗੀ ਕੀਤੀ ਹੈ, ਕਿੰਨਾ ਕੁ ਆਪਣੀ ਪਾਰਟੀ ਦੇ ਵਿੱਚ, ਆਪਣੀ ਸਰਕਾਰ ਦੇ ਸਮੇਂ ਵੀ ਖੁੱਲ੍ਹ ਕੇ ਬੋਲਦੇ ਰਹੇ ਕਿ ਆਹ ਚੀਜ਼ ਹੋਣੀ ਚਾਹੀਦੀ ਆ, ਆਹ ਹੱਲ ਆ, ਆਹ ਚੀਜ਼ਾਂ ਮਾੜੀਆਂ, ਇਹ ਬਾਹਰ ਕਰਨੀਆਂ ਚਾਹੀਦੀਆਂ। ਕਿੰਨਾ ਕੁ ਖੁੱਲ੍ਹ ਕੇ ਬੋਲਿਆ ਪਵਨ ਕੁਮਾਰ ਟੀਨੂ? ਕਿੰਨੀ ਕੁ ਨੁਮਾਇੰਦਗੀ ਆਪਣੀ ਧਿਰ ਦੀ ਇਹਨਾਂ ਨੇ ਕੀਤੀ ਹੈ ਸਰਕਾਰ ਦੇ ਵਿੱਚ ਵੀ, ਭਾਵੇਂ ਸਰਕਾਰ ਤੋਂ ਬਾਹਰ ਰਹਿ ਕੇ ਵੀ ਵਿਧਾਇਕ ਬਣਿਆ? ਦੇਖੋ, ਮੈਂ ਤਾਂ ਜਦੋਂ ਸਰਕਾਰ ਵਿੱਚ ਵੀ ਸੀਗੇ, ਅਸੀਂ ਵਿਧਾਨ ਸਭਾ 'ਚ ਵੀ
ਆਪਣੀ ਗੱਲ ਰੱਖਦੇ ਰਹੇ ਹਾਂ। ਜੋ ਲੋੜਾਂ ਸੀਗੀਆਂ ਐਜੂਕੇਸ਼ਨ ਤੇ, ਸਕੂਲ ਲੈਵਲ ਤੇ, ਕਾਲਜ ਲੈਵਲ ਤੇ, ਅਸੀਂ ਉਹ ਵੀ ਸਰਕਾਰ ਦੇ ਪੱਧਰ ਤੇ ਉਠਾਉਂਦੇ ਰਹੇ ਹਾਂ। ਰਿਕਾਰਡ ਅੱਜ ਕੱਲ੍ਹ ਤਾਂ ਸਾਰਾ, ਹੁਣ ਤਾਂ ਵਿਧਾਨ ਸਭਾ ਦਾ ਰਿਕਾਰਡ ਆਨਲਾਈਨ ਹੋ ਗਿਆ ਜੀ। ਹੁਣ ਤਾਂ ਕੋਈ ਵੀ ਬੰਦਾ ਆਨਲਾਈਨ ਜਾ ਕੇ ਪੰਜਾਬ ਦੇ ਵਿਧਾਨ ਸਭਾ ਨੂੰ ਦੇਖ ਕੇ ਕਰ ਸਕਦਾ ਵੀ ਇਹਨੇ ਕੀ ਕੀਤਾ, ਕਿਹੜੇ ਸੰਚ ਕੀ ਬੋਲਿਆ। ਪੁਰਾਣੇ ਜ਼ਮਾਨੇ ਚੱਲ ਗਿਆ। ਹੁਣ ਆਪੋਜੀਸ਼ਨ 'ਚ ਆ, ਜੋ ਆਪੋਜੀਸ਼ਨ ਦਾ ਦਾਇਤਵ ਆ ਉਹ ਵੀ ਨਿਭਾ ਰਹੇ ਜੀ। ਲੇਕਿਨ ਮੈਂ ਇਹ ਸਮਝਦਾ, ਚਲੋ ਸਰਕਾਰਾਂ ਆਉਣੀਆਂ ਜਾਣੀਆਂ ਹੁੰਦੀਆਂ, ਸਰਕਾਰਾਂ ਬਣ ਵੀ ਜਾਂਦੀਆਂ, ਸਰਕਾਰਾਂ ਚਲੇ ਵੀ ਜਾਂਦੀਆਂ, ਲੇਕਿਨ ਸਾਰੇ ਹੀ ਨੁਮਾਇੰਦੇ ਚਾਹੇ ਜਿਹੜੇ ਮਰਜ਼ੀ ਉਸ ਸੈਕਸ਼ਨ ਨਾਲ ਸੰਬੰਧਿਤ ਹੋਣ, ਕਿਉਂਕਿ ਜ਼ਿੰਦਗੀ ਵੀ ਹਮੇਸ਼ਾ ਨਹੀਂ ਇੱਥੇ ਕਿਸੇ ਨੇ ਰਹਿਣਾ। ਇਹ ਉਹ ਪਰਮੇਸ਼ਵਰ ਅਕਾਲ ਪੁਰਖ ਜਿੰਨਾ ਕੁ ਸਮਾਂ ਦਿੰਦਾ ਆ, ਆਪਾਂ ਸਿਰਫ ਦਾਣੇ ਚੁਗਣ ਤਾਂ ਆਏ ਨਹੀਂ, ਰੋਟੀਆਂ ਤਾਂ ਖਾਣ ਆਏ ਨਹੀਂ ਜੀ। ਇੱਥੇ ਫਰਜ਼ ਨਿਭਾਓ। ਜਿਹੜਾ ਕਿੱਤਾ ਆਪਾਂ ਨੂੰ ਲੋਕਾਂ ਨੇ ਦਿੱਤਾ ਆ, ਜਾਂ ਉਸ ਮਹਾਰਾਜ ਨੇ ਆਪਾਂ ਨੂੰ ਜਿਹੜਾ ਕਾਰਜ ਲਾਇਆ, ਉਹਦੀ ਸਹੀ ਤਰੀਕੇ ਨਾਲ ਉਹਦਾ ਨਿਰਵਾਹ ਕਰੀਏ, ਇਮਾਨਦਾਰੀ ਨਾਲ ਉਹਨੂੰ ਪਰਫਾਰਮ ਕਰੀਏ। ਮੈਂ ਅੱਜ ਵੀ ਕੋਸ਼ਿਸ਼ ਕਰਦਾ, ਲੱਗੇ ਰਹਿੰਦੇ ਆ। ਹਾਲਾਂਕਿ ਕਈ ਵਾਰੀ ਕਈ ਬੰਦੇ ਸੋਚ ਵੀ ਲੈਂਦੇ ਆ ਵੀ ਯਾਰ ਤੁਸੀਂ ਇਹੀ ਗੱਲ ਕਰਦੇ ਰਹਿੰਦੇ ਆ। ਮੈਂ ਕਹਿੰਦਾ ਹੁੰਦਾ ਵੀ ਜਿਹਨੂੰ ਭਰਾਵਾ ਕੋਈ ਬਿਮਾਰੀ ਆਉਣ ਤਾਂ ਉਹਦੇ ਹੀ ਉਸ ਜ਼ਖਮ ਵੱਲ ਨੂੰ ਹੀ ਦੇਖੀ ਜਾਣਾ ਹੁੰਦਾ, ਤੇ ਮੇਰੇ ਤਾਂ ਯਾਰ ਸੱਟ ਲੱਗੀ ਆ ਲੱਤ ਤੇ। ਮੈਂ ਇਹੀ ਜਵਾਬ ਚਾਹੁੰਦਾ ਸੀ ਕਿ ਮਰਮਾਂ ਕਿਹੜੀਆਂ ਕਿਹੜੀਆਂ ਲਾਈਆਂ ਗਈਆਂ ਇਸ ਜ਼ਖਮ ਦੇ ਤੁਹਾਡੀ ਸਰਕਾਰ ਦੇ ਸਮੇਂ। ਪਵਨ ਕੁਮਾਰ ਟੀਨੂ ਨੇ ਕਿੰਨਾ ਕੁ ਆਵਾਜ਼ ਬੁਲੰਦ ਕੀਤੀ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਿ ਆਹ ਕੀਤਾ ਹੈ ਅਸੀਂ ਆਪਣੀ ਧਿਰ ਲਈ, ਆਹ ਕੀਤਾ ਸਾਡੀ ਸਰਕਾਰ ਦੇ ਵਿੱਚ, ਮੈਂ ਆਹ ਗੱਲ ਰੱਖੀ ਸੀਗੀ ਤੇ ਇਹ ਕਬੂਲ ਹੋ ਰਹੀ। ਉਹ ਫਹਿਰਿਸਤ ਜਿਹੜੀ ਆ ਤੁਹਾਡੇ ਕੋਲ ਕੁਝ 2 4 10 ਜਿੰਨੇ ਕੰਮ ਕੀਤੇ ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਸੀਗਾ ਕਿ 1-2 ਕੰਮ ਗਿਣਾਏ ਜਾਣਗੇ। ਦੇਖੋ, ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ, ਵੈਸੇ ਤਾਂ ਚਲੋ ਪੰਜਾਬ ਲੈਵਲ ਤੇ ਅਸੀਂ ਬਹੁਤ ਜਿੰਨੀਆਂ ਵੀ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਚੱਲੀਆਂ, ਬਹੁਤ ਸਾਰੀਆਂ ਸਕੀਮਾਂ ਗਰੀਬ ਭਾਈਚਾਰੇ ਦੇ ਵੈਲਫੇਅਰ ਲਈ ਸੀਗੀਆਂ। ਉਹਦੇ ਵਿੱਚ ਸਾਡੀਆਂ ਵੀ ਸਲਾਹਾਂ ਅਸੀਂ ਐਜੂਕੇਸ਼ਨ ਲੈਵਲ ਤੇ, ਮੈਨੂੰ ਯਾਦ ਹੈ ਇੱਕ ਵਾਰੀ ਬਹੁਤ ਸਾਰੇ ਟੀਚਰ ਸਾਹਿਬਾਨ ਸ਼ੈਡਿਊਲ ਕਾਸਟ, ਉਹਨਾਂ ਦੀ ਵਿਚਾਰਿਆਂ ਦੀ ਸੀਨੀਅਰਟੀ ਲਿਸਟ ਬਹੁਤ ਪਿੱਛੇ ਕਰਤੀ ਸੀ। ਸਾਜ਼ਿਸ਼ ਦੇ ਤਹਿਤ ਅਸੀਂ ਡਿਪਟੀ ਸੀਐਮ ਸਾਹਿਬ ਨੂੰ ਮਿਲੇ, ਉਹਨਾਂ ਨੇ ਕਿਹਾ ਬਿਲਕੁਲ ਨਜਾਇਜ਼ ਹੋਈ ਹੈ। ਅਸੀਂ ਉਹਨਾਂ ਸਾਰਿਆਂ ਦੀ ਦੁਬਾਰਾ ਸੋਧ ਕੇ ਸੀਨੀਅਰਟੀ ਲਿਸਟ ਬਣਾਈ, ਉਹਨਾਂ ਦੇ ਕੰਮ ਹੋ ਗਏ, ਬਹੁਤ ਸਾਰੇ ਲੋਕ ਪ੍ਰਿੰਸੀਪਲ ਬਣ ਗਏ। ਫਿਰ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ, ਦੇਖੋ ਮੈਂ ਆਪਣੇ ਹਲਕੇ 'ਚ ITI ਬਣਾਈ ਲਗਭਗ 10 ਕਰੋੜ ਰੁਪਈਆ ਲਾ ਕੇ। ਸਾਡੇ ਹਲਕੇ 'ਚ ਕੋਈ ਨਾ ਪੋਲੀਟੈਕਨੀਕਲ ਸੀ, ਨਾ ITI ਸੀ, ਨਾ ਕੋਈ ਕਾਲਜ ਸੀ। ਮੈਂ ITI ਉੱਥੇ 2 ਬਣਾਈਆਂ, ਇੱਕ ਭੋਗਪੁਰ ਬਣਾਈ ਕੁੜੀਆਂ ਵਾਸਤੇ, ਇੱਕ ਆਦਮਪੁਰ ਬਣਾਈ। ਸਕੂਲ ਜੇ ਕਿਤੇ ਜਾ ਕੇ ਤੁਸੀਂ ਦੇਖੋ, ਸਾਡੇ ਜਿਹੜੇ ਸਕੂਲਾਂ ਦੀਆਂ ਬਿਲਡਿੰਗਾਂ 1947 ਤੋਂ ਪਹਿਲਾਂ ਦੀਆਂ ਬਣੀਆਂ ਸੀ, ਨਵੀਆਂ ਬਿਲਡਿੰਗਾਂ ਬਣਾਤੀਆਂ ਸੀ ਆਪਣੀ ਸਰਕਾਰ 'ਚ। ਐ ਨਾ ਜਾ ਕੇ ਦੇਖੋ, ਉੱਥੇ ਰਿਜ਼ਲਟ ਵੀ ਚੰਗੇ ਹੋ ਗਏ ਔਰ ਵੇਖਣ ਨੂੰ ਉਹ ਪਬਲਿਕ ਸਕੂਲਾਂ ਵਰਗੇ ਸਕੂਲ ਲੱਗਦੇ ਆ। ਇੰਪਲੋਇਮੈਂਟ ਲਈ ਵੀ ਅਸੀਂ ਬੜੇ ਕੰਮ ਕੀਤੇ, ਤੇ ਖਾਸ ਕਰਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਕੇਂਦਰ ਤੋਂ ਆਉਂਦੀ ਹੈ, ਉਹ ਜਦੋਂ ਕੇਂਦਰ ਸਰਕਾਰ ਇਹ ਪੈਸਾ ਭੇਜਦੀ ਸੀ ਤੇ ਸਾਡੀ ਸਰਕਾਰ 'ਚ ਵੀ ਕਈ ਵਾਰੀ ਉਹ ਪੈਸੇ ਡਿਲੇ ਹੋ ਜਾਂਦੇ ਸੀ। ਉਹਦਾ ਕਾਰਨ ਉਦੋਂ ਅਲੱਗ ਸੀ ਬਿਲਕੁਲ। ਉਹਦਾ ਕਾਰਨ ਇਹ ਸੀ ਬਈ ਜਦੋਂ ਅਸੀਂ ਇਸ ਸਕੀਮ ਦਾ ਪ੍ਰਚਾਰ ਕੀਤਾ, ਬਹੁਤ ਅਸੀਂ ਗੱਲ ਕੀਤੀ ਸਰਕਾਰ 'ਚ ਬਈ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਸਾਡੇ ਪੜ੍ਹਾਈ ਵਾਸਤੇ ਆਹ ਸਕੀਮ ਚੱਲ ਰਹੀ ਹੈ, ਤਾਂ ਅਸੀਂ ਕਾਲਜਸ ਦੇ ਮੋਹਰੇ, ਪ੍ਰਾਈਵੇਟ ਸਰਕਾਰੀ ਤਹਿਸੀਲਾਂ ਦੇ ਮੋਹਰੇ ਤੇ ਹੋਰ ਜਿੱਥੇ ਲੋਕ ਆਉਂਦੇ ਜ਼ਿਆਦਾ, ਉੱਥੇ ਅਸੀਂ ਪੋਸਟਰ ਲਾਏ ਬਈ ਹਰ ਸ਼ੈਡਿਊਲ ਕਾਸਟ ਬੱਚਾ ਜਿਹੜਾ ਆ ਉਹ ਆ ਕੰਪਿਊਟਰ ਦੇ ਰਾਹੀਂ, ਪੋਰਟਲ ਰਾਹੀਂ ਭਰ ਕੇ ਆਪਣੀ ਸਰਕਾਰ ਅਸੀਂ ਫੀਸ ਦਿੰਦੇ ਹਾਂ, ਪੜ੍ਹਾਈ ਕਰਾਓ। ਤੁਸੀਂ ਦੇਖੋ ਜਸਵੀਰ ਜੀ, 2012-13 'ਚ ਉਹ ਗਿਣਤੀ ਕੁਝ ਹਜ਼ਾਰ ਸੀ, ਤੇ ਜਦੋਂ 2016-17 ਜਦੋਂ ਸਾਡੀ ਸਰਕਾਰ ਸੀ ਤੇ ਉਹ ਗਿਣਤੀ 4,10,000 ਹੋ ਗਈ ਸੀ। ਯਾਨੀ 4 ਲੱਖ ਬੱਚਾ ਅਸੀਂ ਸਕੂਲਾਂ ਕਾਲਜਾਂ 'ਚ ਲੈ ਕੇ ਆਏ। ਜਿਹੜੀ ਪੜ੍ਹਾਈ ਦੀ ਪਹਿਲੀ ਗੱਲ, ਆਪਣੀ ਬੇਸਿਕ ਐਜੂਕੇਸ਼ਨ ਦਾ ਕੰਮ, ਉਹਦੇ ਵਿੱਚ ਅਸੀਂ ਬੜੇ ਐਫਰਟਸ ਕੀਤੇ ਆ ਸਾਰੇ ਬੰਦਿਆਂ ਨੇ, ਜਿੰਨੇ ਅਸੀਂ ਪਾਰਟੀ ਸੀਗੇ। ਫਿਰ ਦੇਖੋ ਰਿਕਰੂਟਮੈਂਟ ਵੀ ਉਦੋਂ ਹੋਈ, ਸਰਕਾਰੀ ਡਿਪਾਰਟਮੈਂਟ ਵਿੱਚ ਵੀ ਰਿਕਰੂਟਮੈਂਟ ਹੋਈ। ਉਹ ਰਿਕਰੂਟਮੈਂਟ ਵੀ ਅਸੀਂ ਬੜੀ ਪਾਰਦਰਸ਼ੀ ਤਰੀਕੇ ਨਾਲ ਕਰਾਈ।
ਅਸੀਂ ਸਰਕਾਰ ਨੂੰ ਅੱਗੇ ਜਾ ਕੇ ਬੇਨਤੀ ਕੀਤੀ ਵੀ ਇਦਾਂ ਨਾ ਹੋਵੇ ਵੀ ਅਧਿਕਾਰੀ ਆਪਣੇ ਪਰਿਵਾਰਾਂ ਦੇ ਮੈਂਬਰ ਸਾਰੇ ਰੱਖ ਜਾਣ। ਇਹ ਪਾਰਦਰਸ਼ੀ ਹੋਵੇ ਤਾਂ ਕਿ ਗਰੀਬ ਦਾ ਬੱਚਾ ਜਿਹਦੇ ਕੋਲ ਕੋਈ ਸਿਫਾਰਿਸ਼ ਨਹੀਂ, ਜਿਹਦੇ ਕੋਲ ਪੈਸਾ ਨਹੀਂ, ਉਹ ਬੱਚਾ ਰੱਖਿਆ ਜਾਵੇ। ਕਿਉਂਕਿ ਆਪਾਂ ਵੇਖਦੇ ਹਾਂ ਜਿੰਨੀ ਜਦੋਂ ਕਾਂਗਰਸ ਸਰਕਾਰਾਂ ਰਹੀਆਂ ਆ ਇਹੀ ਚੱਜ ਘੁਲਦਾ ਹੁੰਦਾ ਸੀ ਵੀ ਰਾਜਨੀਤਿਕ ਬੰਦੇ ਤੇ ਅਫਸਰ ਹੀ ਆਪਣੇ ਰਿਸ਼ਤੇਦਾਰ ਖਾ ਜਾਂਦੇ ਸੀ। ਜਿਹੜੇ ਤੁਸੀਂ ਹੁਣ ਤੱਕ ਚੀਜ਼ਾਂ ਗਣਾਈਆਂ ਨਾ ਉਹਦੇ ਵਿੱਚ ਇੱਕ ਚੀਜ਼ ਮੈਨੂੰ ਲੱਗੀ ਕਿ ਤੁਸੀਂ ਜਿਹੜੀ ਆਪਣੀ ਧਿਰ ਉਹ ਜਿਹਦੇ ਨੁਮਾਇੰਦਾ ਹੋ ਤੁਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੁਹਾਡੀ ਜਦੋਂ ਸਰਕਾਰ ਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਵੀ ਗੱਲ ਕਰ ਲਈਏ ਤੇ ਬਹੁਤ ਚਰਚਾ ਚੱਲੀ ਕਿ ਫੰਡ ਇੱਧਰ ਦੇ ਉੱਧਰ ਹੋਏ, ਖਰਚੇ ਕਿਤੇ ਹੋਰ ਗਏ, ਫੰਡ ਪੋਸਟ ਮੈਟ੍ਰਿਕ ਸਕਾਲਰ ਆਏ। ਇਹ ਵੀ ਚਰਚਾ ਚੱਲੀ ਕਿ ਕਾਲਜਾਂ ਨੇ ਬਹੁਤ ਵੱਡੇ ਘੁਟਾਲੇ ਕੀਤੇ, ਇੱਕ ਵਿਦਿਆਰਥੀ ਨੂੰ 2-2 3-3 ਥਾਵਾਂ ਤੇ ਐਨਰੋਲ ਕਰਕੇ ਉਹਨਾਂ ਦੇ ਨਾਮ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਘੁਟਾਲੇ ਜਿਹੜੇ ਕੀਤੇ ਆ। ਉਦੋਂ ਪਵਨ ਕੁਮਾਰ ਟੀਨੂ ਨੇ ਕੀ ਆਪਣੀ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਕਿ ਤੁਸੀਂ ਜਿਹੜੇ ਫੰਡ ਇੱਧਰਲੇ ਉੱਧਰ ਵਰਤੇ ਹੋ ਕੀ ਇਹ ਗੈਰ ਵਾਜਬ ਨਹੀਂ, ਸਾਡੀ ਧਿਰ ਸਾਡੀ ਸਮੁਦਾਇ ਦੇ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਹਦੇ ਨਾਲ? ਦੇਖੋ ਤੁਹਾਡੇ 2-3 ਸਵਾਲ ਹੈ। ਇੱਕ ਤਾਂ ਜਦੋਂ ਮੈਂ ਸਰਕਾਰ ਵਿੱਚ ਸੀ ਪਹਿਲਾਂ ਤਾਂ ਉਸ ਵੇਲੇ ਕੋਈ ਸਾਡੀ ਸਰਕਾਰ ਵਿੱਚ ਕੋਈ ਇਦਾਂ ਦਾ ਘੁਟਾਲਾ ਨਹੀਂ ਹੋਇਆ ਵੀ ਜਿਹਦੇ ਵਿੱਚ ਆਪਾਂ ਕਹਿ ਸਕੀਏ ਜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਹੀ ਗੋਲ ਹੋ ਗਏ। ਨਹੀਂ, ਫੰਡ ਇੱਧਰ ਉੱਧਰ ਪਹਿਲਾ ਸਵਾਲ ਆ ਵੀ ਉਸ ਵੇਲੇ ਵੀ 2016 ਮਾਰਚ ਵਿੱਚ ਵਿਧਾਨ ਸਭਾ 'ਚ ਮੁੱਦਾ ਆਇਆ ਸੀ ਜੀ, ਜਦੋਂ ਮਦਨ ਮੋਹਨ ਮਿੱਤਲ ਬੀਜੇਪੀ ਦੇ ਮਿਨਿਸਟਰ ਸੀ। ਉਦੋਂ ਇਹ ਵਿਧਾਨ ਸਭਾ 'ਚ ਇਸ਼ੂ ਆਇਆ ਸੀ ਕਿ ਟੈਕਨੀਕਲ ਡਿਪਾਰਟਮੈਂਟ ਦੇ ਅੰਦਰ 12 ਕਰੋੜ ਰੁਪਏ ਦਾ ਘਪਲਾ ਹੋ ਗਿਆ। ਉਹ ਘਪਲਾ ਕਰਨ ਵਾਲੇ ਕੌਣ ਸੀ? ਉਹ ਘਪਲਾ ਕਰਨ ਵਾਲੇ ਕਾਲਜ ਸੀ, ਪ੍ਰਾਈਵੇਟ ਕਾਲਜ ਸੀ। ਤੇ ਅਸੀਂ ਇਹ ਡਿਮਾਂਡ ਕਰਦੇ ਸੀ ਸਰਕਾਰ ਕੋਲੋਂ ਕਿ ਉਹਦੀ ਜਾਂਚ ਜਿਹੜੀ ਆ ਉਹ ਵਿਜੀਲੈਂਸ ਕਰੇ। ਮਦਨ ਮੋਹਨ ਮਿੱਤਲ ਜੀ ਕਹਿੰਦੇ ਸੀ ਨਹੀਂ ਕਿ ਸਾਡਾ ਡਿਪਾਰਟਮੈਂਟ ਹੀ ਜਾਂਚ ਕਰੂਗਾ। ਅਸੀਂ ਉੱਥੇ ਅੜ ਗਏ ਸੀ, ਵਿਧਾਨ ਸਭਾ ਸਾਡੀ ਸਰਕਾਰ ਸੀ। ਅਸੀਂ ਕਿਹਾ ਵੀ ਇਹਨਾਂ ਦੇ ਡਿਪਾਰਟਮੈਂਟ ਦੀ ਨਲਾਇਕੀ ਕਰਕੇ ਤਾਂ ਇਹ ਘਪਲਾ ਹੋਇਆ ਜੀ, ਕਿਉਂਕਿ ਕਾਲਜਸ ਦੀ ਸਾਂਠ ਗਾਂਢ ਜਿਹੜੀ ਆ ਮਹਿਕਮੇ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਹੁੰਦੀ ਆ, ਤਾਂ ਹੀ ਤਾਂ ਇਹ ਚੂਨਾ ਲੱਗਾ ਸਰਕਾਰ ਨੂੰ। ਮੇਰੇ ਖਿਆਲ 12 ਕਾਲਜ ਸੀ ਤੇ 40-45 ਕਰੋੜ ਰੁਪਈਆ ਸੀ ਜੀ, ਮੈਨੂੰ ਯਾਦ ਆ ਗਿਆ। ਤੇ ਮਦਨ ਮੋਹਨ ਮਿੱਤਲ ਜੀ ਇਸ ਗੱਲ ਤੇ ਬੇਜੁੱਦ ਸੀ ਕਿ ਨਹੀਂ ਵਿਜੀਲੈਂਸ ਇਨਕੁਆਇਰੀ ਨਹੀਂ ਕਰੂਗੀ, ਮੇਰਾ ਡਿਪਾਰਟਮੈਂਟ ਹੀ ਕਰੂਗਾ। ਅਸੀਂ ਅੜ ਗਏ ਕਿ ਨਹੀਂ ਇਹਦੀ ਜਾਂਚ ਵਿਜੀਲੈਂਸ ਕਰੇ। ਤੇ ਮੈਨੂੰ ਇਸ ਗੱਲ ਤੇ ਮਾਣ ਆ ਕਿ ਉਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਉੱਠੇ ਤਾਂ ਉਹਨਾਂ ਨੇ ਉੱਠ ਕੇ ਕਿਹਾ ਕਿ ਇਹ ਮਾਮਲਾ ਸੀਰੀਅਸ ਆ, ਗੰਭੀਰ ਆ, ਇਹਦੇ ਵਿੱਚ ਗਰੀਬ ਬੱਚਿਆਂ ਦੀ ਐਜੂਕੇਸ਼ਨ ਦਾ ਸਵਾਲ ਆ, ਕਾਲਜਸ ਨੇ ਹੇਰਾਫੇਰੀ ਕੀਤੀ ਆ, ਹੋ ਸਕਦਾ ਟੈਕਨੀਕਲ ਡਿਪਾਰਟਮੈਂਟ ਦੇ ਅਧਿਕਾਰੀ ਵੀ ਨਾਲ ਰਲੇ ਹੋਣ। ਤਾਂ ਉਹਨਾਂ ਨੇ ਵਿਜੀਲੈਂਸ ਦੀ ਜਾਂਚ ਕਰਵਾਈ ਤੇ ਇਸ ਦੇ ਪ੍ਰੋਟੈਸਟ ਵਿੱਚ ਮਦਨ ਮੋਹਨ ਮਿੱਤਲ ਜੀ ਆਪਣੀ ਵਿਧਾਨ ਸਭਾ ਛੱਡ ਕੇ ਬਾਹਰ ਚਲੇ ਗਏ ਸੀ, ਵਾਕਆਊਟ ਕਰ ਗਏ ਸੀ ਆਪਣੀ ਹੀ ਸਰਕਾਰ 'ਚ। ਤੇ ਮੈਂ ਸਮਝਦਾ ਵੀ ਅਸੀਂ ਬੋਲੇ ਸੀ, ਚਾਹੇ ਉਦੋਂ ਮਿੱਤਲ ਜੀ ਨੂੰ ਚੰਗਾ ਨਹੀਂ ਲੱਗਿਆ ਸੀ, ਪਰ ਅਸੀਂ ਆਪਣਾ ਫਰਜ਼ ਦੀ ਅਦਾਇਗੀ ਕਰ ਰਹੇ ਸੀ। ਅਸੀਂ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਕਰ ਰਹੇ ਸੀ। ਉਹਦੀ ਫਿਰ ਜਾਂਚ ਹੋਈ ਵਿਜੀਲੈਂਸ ਦੀ। ਉਸ ਜਾਂਚ ਦੇ ਵਿੱਚੋਂ ਪ੍ਰਾਈਵੇਟ ਕਾਲਜਸ ਦੇ ਕੋਲੋਂ ਪੈਸੇ ਗਰਾਏ ਗਏ, ਪੂਰੇ ਪੈਸੇ ਵਿਦ ਇੰਟਰਸਟ ਗਰਾਏ ਗਏ ਸੀ 2016 'ਚ। ਤੇ ਮੈਂ ਇਹ ਤਾਂ ਨੁਕਸ ਸੀ ਜਿਹੜਾ ਅਸੀਂ ਕੱਢਣ ਦੀ ਕੋਸ਼ਿਸ਼ ਕੀਤੀ। ਮੈਂ ਇਹਨੂੰ ਪ੍ਰਾਪਤੀ ਇਹ ਸਮਝਦਾ ਕਿ ਕੁਝ 40,000 ਬੱਚਿਆਂ 'ਚੋਂ 2016 ਤੱਕ ਉਹਦੀ ਗਿਣਤੀ 4 ਲੱਖ ਚਲੇ ਗਈ ਸੀ। ਇਹ ਸਰਕਾਰ ਦੀ ਤੇ ਸਾਡੀ ਸਾਰਿਆਂ ਦੀ ਮਿਹਨਤ ਦਾ ਨਤੀਜਾ ਸੀ। ਕਦੀ ਵੀ ਨਹੀਂ ਹੋਇਆ ਸੀ ਕਿ ਕੋਈ ਪ੍ਰਾਈਵੇਟ ਯੂਨੀਵਰਸਿਟੀ ਕਾਲਜ ਬੱਚਿਆਂ ਦੀ ਡਿਗਰੀ ਨਾ ਦੇਵੇ। ਅੱਜ ਦੀ ਸਰਕਾਰ 'ਚ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜ, ਈਵਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਸਾਡੇ ਬੱਚਿਆਂ ਨੂੰ ਜਿਹੜੀਆਂ ਡਿਗਰੀਆਂ ਉਹਨਾਂ ਨੇ ਪਾਸ ਕਰ ਲਈਆਂ ਉਹਨਾਂ ਦੀਆਂ ਡਿਗਰੀਆਂ ਨਹੀਂ ਦੇ ਰਹੀ। ਸਾਡੇ ਮੁੱਖ ਮੰਤਰੀ ਜੀ ਨੂੰ ਉਹ ਸੈਮੀ ਰਿਟਾਇਰਮੈਂਟ ਤੇ ਬੈਠੇ ਆ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਬਾਹਰ ਹੋ ਕੀ ਰਿਹਾ। ਸੋ ਇਸ ਕਰਕੇ ਇਹੋ ਜਿਹੀਆਂ ਮੁਸ਼ਕਲਾਂ ਕਦੀ ਆਈਆਂ ਨਹੀਂ ਗਵਰਨਮੈਂਟ 'ਚ, ਕਿਉਂਕਿ ਅਸੀਂ ਜਾਗਦੇ ਬੈਠੇ ਸੀ। ਮੈਂ ਕੁਝ ਇੱਦਾਂ ਦੀ ਤਵੱਕੋ ਰੱਖਦਾ ਸੀਗਾ ਕਿ ਘੱਟੋ ਘੱਟ ਭਾਵੇਂ ਆਪਣੀ ਸਰਕਾਰ ਸੀ, ਆਵਾਜ਼ ਜ਼ਰੂਰ ਬੁਲੰਦ ਕੀਤੀ ਹੋਏਗੀ ਉਸ ਸਮੇਂ 'ਚ। ਇਸ ਸਮੇਂ ਦੀ ਜਦੋਂ ਅਸੀਂ ਸਿਨੈਰੀਓ ਦੀ ਗੱਲ ਕਰਦੇ ਹਾਂ, ਤੁਹਾਡੀ ਪਾਰਟੀ ਵੀ ਕਹਿੰਦੀ ਹੈ ਕਿ ਅਸੀਂ ਉਪ ਮੁੱਖ ਮੰਤਰੀ ਜਿਹੜਾ ਉਹ ਦਲਿਤ ਬਣਾਵਾਂਗੇ, ਕਿਉਂਕਿ ਪੋਲਿਟਿਕਸ ਇੱਦਾਂ ਦੀ ਸ਼ੁਰੂ ਹੋਣ ਲੱਗ ਪਈ ਹੈ। ਜਦੋਂ ਭਾਜਪਾ ਕਹਿੰਦੀ ਹੈ ਕਿ ਅਸੀਂ ਮੁੱਖ ਮੰਤਰੀ ਜਿਹੜਾ ਆ ਉਹ ਦਲਿਤ ਲੀਡਰ ਕੋਈ ਜਿਹੜਾ ਉਹ ਚੁਣ ਸਕਦੇ ਆ ਉਸ ਤਰੀਕੇ ਨਾਲ, ਕਿਉਂਕਿ 31-32% ਵੋਟ ਬੈਂਕ ਨਜ਼ਰ ਆਉਂਦਾ ਆ, ਸੀਟਾਂ ਨਜ਼ਰ ਆਉਂਦੀਆਂ 34 ਦੇ ਕਰੀਬ ਜਿਹੜੀਆਂ ਵਿਧਾਨ ਸਭਾ ਦੀਆਂ। ਤੇ ਉਹਨਾਂ ਸਥਿਤੀਆਂ ਦੇ ਵਿੱਚ ਤੁਸੀਂ ਭਾਜਪਾ ਦੇ ਇਸ ਕਦਮ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਇਹੀ ਪੈਂਤੜਾ ਆਮ ਆਦਮੀ ਪਾਰਟੀ ਨੇ ਵੀ ਖੇਡਿਆ ਸੀ ਜਦੋਂ ਪੰਜਾਬ ਦੇ ਵਿੱਚ ਆਈ ਸੀ ਅਜੇ ਉਪ ਮੁੱਖ ਮੰਤਰੀ ਦਲਿਤ ਬਣਾਉਣ ਦਾ ਐਲਾਨ ਉਹਨਾਂ ਨੇ ਵੀ ਕੀਤਾ ਸੀਗਾ। ਦੇਖੋ ਵੈਸੇ ਤਾਂ ਹਰ ਪਾਰਟੀ ਆਪਣੇ
ਇੱਦਾਂ ਦੇ ਸਿਆਸੀ ਦਾ ਖੇਡਦੀ ਹੁੰਦੀ ਹੈ। ਡਿਪਟੀ ਸੀਐਮ ਜਾਂ ਮਿਨਿਸਟਰ ਦੀ ਗੱਲ ਕਹਿੰਦੀ ਹੁੰਦੀ ਹੈ। ਇਹ ਠੀਕ ਹੈ, ਉਹ ਕਰਦੇ ਆ, ਇਹ ਸਾਰੀਆਂ ਪਾਰਟੀਆਂ ਕਰਦੀਆਂ। ਭਾਰਤੀ ਜਨਤਾ ਪਾਰਟੀ ਨੇ ਤਾਂ ਰਾਸ਼ਟਰਪਤੀ ਬਣਾਤੇ ਆ। ਥੱਲੇ ਲੋਕਾਂ ਦਾ ਕੀ ਬਣਿਆ? ਲੋਕਾਂ ਦੇ ਕੀ ਹਾਲਾਤ ਬਦਲੇ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ? ਨਹੀਂ। ਤੇ ਭਾਰਤੀ ਜਨਤਾ ਪਾਰਟੀ ਨੇ ਹਲੇ ਕਿਹਾ ਤਾਂ ਨਹੀਂ, ਵੈਸੇ ਮੈਂ ਤਾਂ ਸੁਣਿਆ ਨਹੀਂ ਵੀ ਉਹ ਕਹਿੰਦੇ ਹੁਣ ਵੀ ਅਸੀਂ ਸੀਐਮ ਬਣਾਉਣਾ। ਜੇ ਉਹ ਬਣਾ ਵੀ ਐਲਾਨ ਵੀ ਕਰ ਦੇਣ, ਦੇਖੋ ਸੀਐਮ ਬਣਾਉਣਾ ਲੋਕਾਂ ਨੇ ਪੰਜਾਬ ਦੇ ਜੀ, ਐਮਐਲਏ ਬਣਾਉਣੇ ਲੋਕਾਂ ਨੇ, ਬੀਜੇਪੀ ਨੇ ਨਹੀਂ ਬਣਾਉਣੇ। ਲੋਕ ਕਿਹਨੂੰ ਬਣਾਉਂਦੇ? ਪੰਜਾਬ ਯੂਪੀ ਬਿਹਾਰ ਤੋਂ ਬਿਲਕੁਲ ਅਲੱਗ ਟੈਂਪਰਾਮੈਂਟ ਵਾਲਾ, ਕਲਚਰ ਵਾਲਾ ਤੇ ਸੁਭਾਅ ਵਾਲਾ, ਨੇਚਰ ਵਾਲਾ ਸੂਬਾ ਹੈ। ਪੰਜਾਬ ਦੇ ਲੋਕ ਬੜੇ ਦਾਨਿਸ਼ਮੰਦ, ਬੜੇ ਬਹਾਦਰ ਆ। ਇਹਨਾਂ ਨੇ ਬੜੇ ਮੁਕਾਬਲੇ ਕੀਤੇ ਤੁਰਕਾਂ ਨਾਲ ਤੇ ਮੁਗਲਾਂ ਨਾਲ ਤੇ ਅੰਗਰੇਜ਼ਾਂ ਨਾਲ। ਇਹਨਾਂ ਨੂੰ ਸਭ ਪਤਾ ਵੀ ਕਿਹੜਾ ਬੰਦਾ ਜ਼ਹਿਰ ਦੀ ਗੋਲੀ ਜਿਹੜੀ ਆ ਉਹ ਸ਼ੂਗਰ ਕੋਟਡ ਕਰਕੇ ਦੇ ਰਿਹਾ। ਜ਼ਹਿਰ ਦੀ ਗੋਲੀ ਕਿਹੜੀ ਪਾਰਟੀ ਸ਼ੂਗਰ ਕੋਟਡ ਕਰਕੇ ਦੇ ਰਹੀ ਹੈ। ਸੋ ਬੀਜੇਪੀ ਨੂੰ ਤੇ ਬੀਜੇਪੀ ਦੀ ਵਿਚਾਰਧਾਰਾ ਨੂੰ ਪੰਜਾਬ ਦੇ ਸਾਰੇ ਲੋਕ ਸਮਝਦੇ ਆ। ਹੁਣ ਤਾਂ ਕਿਸਾਨ ਵੀ ਸਮਝ ਗਿਆ, ਦਲਿਤ ਤਾਂ ਪਹਿਲਾਂ ਹੀ ਸਮਝਦਾ ਸੀ। ਸੋ ਇਸ ਕਰਕੇ ਉਹ ਜੋ ਮਰਜ਼ੀ ਐਲਾਨ ਕਰੀ ਜਾਣ, ਰਾਸ਼ਟਰਪਤੀ ਬਣਾ ਲੈਣ, ਗਵਰਨਰ ਬਣਾ ਲੈਣ, ਮੁੱਖ ਮੰਤਰੀ ਦੀਆਂ ਫੋਕੀਆਂ ਗੱਲਾਂ ਕਰੀ ਜਾਣ, ਬੀਜੇਪੀ ਦਾ ਕੋਈ ਅਸਰ ਨਹੀਂ ਪੈਣ ਵਾਲਾ। ਬੀਜੇਪੀ ਦੀ ਤਾਂ ਨੀਤੀ ਇਹ ਆ ਵੀ ਉਹ ਹਰ ਸੂਬੇ 'ਚ ਜਾ ਕੇ ਪਹਿਲਾਂ ਉਹ ਅਧਿਐਨ ਕਰਦੇ ਆ ਉੱਥੇ ਦੀਆਂ ਬਰਾਦਰੀਆਂ ਦਾ, ਉੱਥੇ ਦੇ ਧਰਮਾਂ ਦਾ ਅਧਿਐਨ ਕਰਕੇ ਫਿਰ ਉਹਨਾਂ ਦੇ ਬੜੇ ਛਾਤਰ ਲੋਕ ਬੈਠੇ ਆ, ਫਿਰ ਉਹ ਪਾਲਿਸੀ ਘੜਦੇ ਵੀ ਹੁਣ ਇਹਨਾਂ ਦੇ ਅੰਦਰ ਰਿਫਟ ਕਿੱਦਾਂ ਪਾਉਣੀ ਆ, ਇਹਨਾਂ ਨੂੰ ਰੋਟੀ ਖਾਂਦਿਆਂ ਨੂੰ ਆਪਸ 'ਚ ਲੜਾਉਣਾ ਕਿੱਦਾਂ। ਇਹੀ ਕੰਮ ਉਹਨਾਂ ਨੇ ਯੂਪੀ 'ਚ ਵੀ ਕੀਤਾ, ਇਹੀ ਹੁਣ ਬੰਗਾਲ 'ਚ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਪੰਜਾਬੀ ਥੋੜ੍ਹੇ ਜੇ ਚੇਤਨ ਹੋ ਜਾਣ, ਇਹੀ ਜਿੱਦਾਂ ਜਿੱਦਾਂ ਇਲੈਕਸ਼ਨ ਲੱਗੇ ਆਊਗਾ ਪੰਜਾਬ 'ਚ ਵੀ ਕਰਨਗੇ। ਸ਼ੁਰੂ ਤਾਂ ਕਰਤਾ ਉਹਨਾਂ ਨੇ ਵੈਸੇ ਕੰਮ ਵੀ ਕਿਸਾਨਾਂ ਨੂੰ ਤਾਂ ਦਲਿਤਾਂ ਨੂੰ ਲੜਾਉਣ ਦੀ ਉਹਨਾਂ ਨੇ ਪਹਿਲ ਕਰ ਲਈ ਸੀ, ਕੋਸ਼ਿਸ਼ ਕਰ ਲਈ ਸੀ। ਪਰ ਦਲਿਤ ਬੜੇ ਸਿਆਣੇ ਨਿਕਲੇ ਪੰਜਾਬ ਦੇ, ਉਹਨਾਂ ਨੇ ਠੋਕਮਾ ਜਵਾਬ ਦਿੱਤਾ ਬਈ ਨਾ ਹੀ ਕੋਈ ਡਾਕਟਰ ਅੰਬੇਡਕਰ ਦਾ ਜਨਮ ਦਿਨ ਆ, ਨਾ ਹੀ ਕੋਈ ਸੰਵਿਧਾਨ ਦਿਵਸ ਆ, ਨਾ 26 ਜਨਵਰੀ ਆ, ਵੀ ਤੁਸੀਂ ਤੁਰ ਪਏ ਆ ਹਾਰ ਪਾਉਣ ਨੂੰ ਉਹਨਾਂ ਦੇ ਗਲ ਵਿੱਚ ਬੁੱਤਾਂ ਤੇ। ਉਹਦਾ ਮਕਸਦ ਦਲਿਤ ਸਮਝ ਗਏ ਸੀ ਪੰਜਾਬ ਦੇ, ਔਰ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਤੇ ਠੰਡੇ ਪੈ ਗਏ। ਹੁਣ ਯਾਤਰਾ ਸ਼ੁਰੂ ਕਰਨ ਦੀ ਗੱਲ ਕਰਦੇ ਸੀ। ਇਹਨਾਂ ਦੀਆਂ ਯਾਤਰਾ ਹੀ ਬੀਜੇਪੀ ਦੀਆਂ ਹੁੰਦੀਆਂ ਵੀ ਜਦੋਂ ਬਸ ਯਾਤਰਾ ਸ਼ੁਰੂ ਹੋ ਗਈ, ਬਸ ਸਮਝ ਲਓ ਦੰਗੇ ਸ਼ੁਰੂ, ਪੁਆੜੇ ਸ਼ੁਰੂ, ਪੰਗੇ ਪਾਉਣੇ ਸ਼ੁਰੂ ਕਰਤੇ। ਲੇਕਿਨ ਪੰਜਾਬ ਦੇ ਲੋਕ ਬੜੇ ਸਿਆਣੇ ਆ, ਇਹ ਵਿਦੇਸ਼ਾਂ 'ਚ ਜਾ ਕੇ ਵੀ ਇਹਨਾਂ ਨੇ ਝੰਡੇ ਗੱਡੇ ਆ, ਸਿਆਸਤ 'ਚ ਵੀ, ਕਾਰੋਬਾਰ 'ਚ ਵੀ। ਸੋ ਇਹਨਾਂ ਦੀਆਂ ਗੱਲਾਂ 'ਚ ਭਾਜਪਾ ਦੇ ਮੋਹਰੇ ਉਹਨਾਂ ਨੇ ਕੀਤੇ ਆ, 2-4 ਬੰਦੇ ਹੈਗੇ ਆ, ਤਾਂ ਉਹ ਵਿਚਾਰੇ ਆਪਣੀਆਂ ਕੋਈ ਆਪਣੇ ਪੋਜੀਸ਼ਨਾਂ ਤਲਾਸ਼ਦੇ ਫਿਰਦੇ ਆ। ਉਹਨਾਂ ਨੂੰ ਪਤਾ ਕਿ ਪੰਜਾਬ 'ਚ ਭਾਜਪਾ ਦੀ ਕੋਈ ਪੋਜੀਸ਼ਨ ਨਹੀਂ, ਲੇਕਿਨ ਉਹ ਭਾਜਪਾ ਦੇ ਕੁਝ ਬੰਦੇ ਉਹ ਆਪਣੀਆਂ ਪੋਜੀਸ਼ਨਾਂ ਤਲਾਸ਼ਦੇ ਫਿਰਦੇ ਆ ਤਾਂ ਉਹਨਾਂ ਨੂੰ ਖੁਸ਼ ਕਰਦੇ ਫਿਰਦੇ, ਉਹਨਾਂ ਦਾ ਕੁਝ ਨਹੀਂ ਬਣਨਾ। ਤਮਾਮ ਜਵਾਬ ਦੇ ਵਿੱਚ ਨਾ ਮੈਨੂੰ ਬੜੀ ਤਲਖੀ ਤੇ ਇੱਕ ਕੁੜੱਤਣ ਭਾਜਪਾ ਨੂੰ ਲੈ ਕੇ ਤੁਹਾਡੇ ਇਸ ਜਵਾਬ ਦੇ ਵਿੱਚੋਂ ਜਿਹੜੀ ਨਜ਼ਰ ਆਈ ਹੈ। ਤੁਸੀਂ ਕਹਿੰਦੇ ਕਿ ਪੰਜਾਬੀਆਂ ਨੇ ਬਹੁਤ ਪਹਿਲਾਂ ਪਛਾਣ ਲਿਆ ਸੀ ਭਾਜਪਾ ਨੂੰ, ਤੇ ਫਿਰ ਇੰਨਾ ਲੰਬਾ ਸਮਾਂ ਗੱਠਜੋੜ ਦੇ ਵਿੱਚ ਕੱਢ ਕਿੱਦਾਂ ਲਿਆ ਅਕਾਲੀ ਦਲ ਦੇ ਨਾਲ ਤੁਸੀਂ ਉਹਨਾਂ ਦੇ ਨਾਲ? ਦੇਖੋ, ਇਹ ਤੁਹਾਡਾ ਸਵਾਲ ਜਿਹੜਾ ਬੜਾ ਇੰਪੋਰਟੈਂਟ ਆ। ਜਿਸ ਵੇਲੇ ਪੰਜਾਬ 'ਚ ਬਹੁਤ ਗੜਬੜ ਸੀ, ਪੰਜਾਬ 'ਚ ਬੜਾ ਕਾਲਾ ਦੌਰ ਦਾ ਪੰਜਾਬ ਸੀ, ਉਸ ਵੇਲੇ ਸਾਰੇ ਫਿਰਕਿਆਂ 'ਚ ਇੱਕ ਇਕੱਠ ਦਿਖਾਉਣਾ, ਗੱਠਜੋੜ ਦਿਖਾਉਣਾ ਬੜਾ ਜ਼ਰੂਰੀ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਕੀਤਾ, ਇੱਕ ਸਾਰੇ ਭਾਈਚਾਰਿਆਂ ਦਾ, ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਬਣਾਇਆ ਉਹਨੂੰ। ਅਸੀਂ ਸਵਾਗਤ ਕਰਦੇ ਹਾਂ, ਉਹ ਚੱਲੇ ਵੀ। ਲੇਕਿਨ ਇਹ ਵੀ ਗੱਲ ਸਮਝ ਲਓ ਵੀ ਉਹ ਬੀਜੇਪੀ ਅਟਲ ਬਿਹਾਰੀ ਵਾਜਪਾਈ ਦੀ ਸੀ। ਉਹ ਪੰਜਾਬ ਦੇ ਇੰਚਾਰਜ ਕਿਸੇ ਵੇਲੇ ਮਦਨ ਲਾਲ ਖੁਰਾਣਾ ਹੋਇਆ ਕਰਦੇ ਸੀ, ਜਿਹੜੇ ਬੜੇ ਲਿਬਰਲ ਪੰਜਾਬੀ ਹੁੰਦੇ ਸੀ, ਖੁੱਲ੍ਹੇ ਦਿਲ, ਖੁੱਲ੍ਹੇ ਸੁਭਾਅ ਦੇ ਪੰਜਾਬੀ ਸੀ। ਤੇ ਹੁਣ ਹੈਗੀ ਬੀਜੇਪੀ ਮੋਦੀ ਤੇ ਸ਼ਾਹ ਦੀ, ਗੁਜਰਾਤੀ ਬੀਜੇਪੀ ਆ ਹੁਣ। ਉਹ ਤਾਂ ਪੰਜਾਬੀਆਂ ਦੀਆਂ ਆਦਤਾਂ ਨੂੰ ਵੀ ਸਮਝਦੇ ਨਹੀਂ। ਆ ਦਿੱਲੀ ਵਾਲੇ ਤਾਂ ਆਪਣੀ ਆਦਤ ਨੂੰ ਸਮਝਦੇ ਆ। ਸੁਸ਼ਮਾ ਸਵਰਾਜ ਜੀ ਸੀਗੇ, ਆਪਣਾ ਪੁਰਾਣੇ ਪੰਜਾਬ ਦੀ ਭੈਣ ਸੀ ਆਪਣੀ। ਲੇਕਿਨ ਹੁਣ ਬੀਜੇਪੀ ਕੁਝ ਹੋਰ ਟਾਈਪ ਦੀ ਬੀਜੇਪੀ ਆ, ਜਿਹੜੀ ਗੁਜਰਾਤ 'ਚ ਵੀ ਦਰੜ ਫਰੜ ਕਰਕੇ ਦੇਸ਼ ਦੇ ਰਾਜ ਸੱਤਾ ਤੱਕ ਪਹੁੰਚੀ ਆ। ਤੇ ਹੁਣ ਹਾਲਾਤ ਕੁਝ ਬਹੁਤ ਅਲੱਗ ਆ।
ਇਸ ਕਰਕੇ ਹੁਣ ਪੁੱਠੇ ਪੈਰ ਚੱਕੇ ਆ ਤਾਂ ਫਿਰ ਉਹੋ ਜਿਹੇ ਇਲਾਜ ਕਰਨੇ ਪੈਣਗੇ। ਹਾਲਾਂਕਿ ਜਿਹੜੇ ਇਸ਼ੂ ਨੂੰ ਲੈ ਕੇ ਜਿਸ ਮੁੱਦੇ ਤੇ ਆਪਾਂ ਗੱਲਬਾਤ ਕਰ ਰਹੇ ਸੀਗੇ, ਇਹ ਸਵਾਲ ਉਹਦੇ ਤੋਂ ਬਿਲਕੁਲ ਹਟ ਕੇ ਸੀਗਾ ਲੈਦਾ ਸੀਗਾ, ਕਿਉਂਕਿ ਗੱਲ ਚੱਲੀ, ਤੁਸੀਂ ਜਵਾਬ ਉੱਦਾਂ ਦਾ ਦਿੱਤਾ ਤੇ ਮੈਨੂੰ ਲੱਗਾ ਨਾਲ ਲੱਗਦੇ ਹੱਥੇ ਵੀ ਪੁੱਛ ਲੈਣਾ ਚਾਹੀਦਾ। ਪਰ ਮਸਲਾ ਆਪਾਂ ਫਿਰ ਉੱਥੇ ਹੀ ਆ, ਇਸ ਗੱਲ ਦੇ ਉੱਤੇ, ਇਸ ਦਲਿਤ ਇਸ਼ੂ ਦੇ ਉੱਤੇ ਮੇਰੇ ਖਿਆਲ ਗੱਲਬਾਤ ਕਰਨ ਲੱਗੀਏ ਤੇ ਬਹੁਤ ਲੰਬਾ ਸਮਾਂ ਲੱਗੇਗਾ। ਹੋਰ ਜਸਵੀਰ ਜੀ ਦੇਖੋ, ਭਾਰਤੀ ਜਨਤਾ ਪਾਰਟੀ ਜਾਂ ਇਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਨਾ, ਉਹਨਾਂ ਨੇ ਉਹ ਰਾਸ਼ਟਰਪਤੀ ਉਹਨਾਂ ਨੇ ਬਣਾ ਲਿਆ, ਉਹ ਹੁਣ ਮੁੱਖ ਮੰਤਰੀ ਦੀਆਂ ਗੱਲਾਂ ਕਰਦੇ ਆ। ਲੇਕਿਨ ਇਹ ਵੀ ਦਲਿਤਾਂ ਨੂੰ ਯਾਦ ਹੈ, ਉਹਨਾਂ ਦੇ ਇੱਥੇ ਜ਼ਿਹਨ 'ਚ ਬੜੀ ਹੈ ਗੱਲ, ਕਿ ਇਹ ਭਾਰਤ ਦੇ ਸੰਵਿਧਾਨ ਨੂੰ ਕਮਜ਼ੋਰ ਕਰ ਰਹੇ ਆ, ਉਹਨੂੰ ਕਮਜ਼ੋਰ ਕਰਕੇ ਬਦਲਣਾ ਚਾਹੁੰਦੇ ਆ, ਰਿਜ਼ਰਵੇਸ਼ਨ ਖਤਮ ਕਰ ਰਹੇ ਆ, ਰੇਲਵੇ ਪ੍ਰਾਈਵੇਟਾਈਜ਼ ਹੱਥਾਂ 'ਚ ਦੇ ਦਿੱਤੀ ਆ, 에ਅਰ ਇੰਡੀਆ ਬੰਦ ਕਰਤੀ ਆ, ਇੰਸ਼ੋਰੈਂਸ ਸੈਕਟਰ ਵਿੱਚ ਪ੍ਰਾਈਵੇਟ ਆ ਗਿਆ, ਬੈਂਕਿੰਗ 'ਚ ਬੜੇ ਵੱਡੇ ਪੱਧਰ ਤੇ ਪਿਛਲੇ 6 ਸਾਲਾਂ 'ਚ ਬੈਂਕਿੰਗ ਪ੍ਰਾਈਵੇਟ ਆ ਗਿਆ, ਰਿਜ਼ਰਵੇਸ਼ਨ ਖਤਮ ਹੋ ਗਈ ਆ। ਹੌਲੀ ਹੌਲੀ ਭਾਰਤ ਦੇ ਸੰਵਿਧਾਨ ਨੂੰ, ਜਿਹੜਾ ਸਾਰੇ ਫਿਰਕਿਆਂ ਨੂੰ, ਸਾਰੇ ਵਰਗਾਂ ਨੂੰ ਆਜ਼ਾਦੀ ਦਿੰਦਾ, ਫੈਡਰਲ ਢਾਂਚੇ ਦੀ ਗੱਲ ਕਰਦਾ। ਆ ਹੁਣ 26 ਤਰੀਕ ਕਿਉਂ ਰੱਖੀ ਕਿਸਾਨਾਂ ਨੇ ਦਿੱਲੀ ਜਾਣ ਦੀ? ਕਿਉਂਕਿ 26 ਨਵੰਬਰ ਕੌਂਸਟੀਟਿਊਸ਼ਨ ਡੇ ਹੈ। ਕੌਂਸਟੀਟਿਊਸ਼ਨ ਬਚਾਉਣ ਦਾ ਵੀ ਨਾਅਰਾ ਮਾਰਿਆ ਕਿਸਾਨਾਂ ਨੇ, ਤਾਂ ਕਿ ਫੈਡਰਲਿਜ਼ਮ, ਸੰਘੀ ਢਾਂਚਾ ਬਚੇ। ਉਹ ਸੰਵਿਧਾਨ ਦੇ ਰਿਹਾ ਸਾਨੂੰ। ਤੇ ਭਾਜਪਾ ਦੀ ਅੱਜ ਦੀ ਲੀਡਰਸ਼ਿਪ ਸੰਵਿਧਾਨ ਦੇ ਉੱਤੇ ਖਤਰਾ ਹੈ। ਸਾਡੀ ਇੱਕ ਚੀਜ਼ ਹੋਰ ਵੀ ਹੈ ਨਾ, ਜਦੋਂ ਹੁਣ ਭਾਜਪਾ ਦੀ ਜੇ ਗੱਲ ਚੱਲੀ ਪਈ ਹੈ ਤੇ ਦਲਿਤ ਇਸ਼ੂ ਤੇ ਭਾਜਪਾ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਸਿਧਾਂਤਾਂ ਦੀ ਗੱਲ ਚੱਲਦੀ ਹੈ, ਸਿਧਾਂਤਾਂ ਦੇ ਵਿੱਚ ਕਿਤੇ ਨਾ ਕਿਤੇ ਮਨੂ ਸਮ੍ਰਿਤੀ ਵੀ ਆਉਂਦੀ ਆ। ਉਹ ਮਨੂ ਸਮ੍ਰਿਤੀ ਜਿਹੜੀ ਦਲਿਤ ਨੂੰ ਬਹੁਤ ਹੇਠਾਂ ਕਤਾਰ ਦੇ ਵਿੱਚ ਜਿਹੜੀ ਰੱਖਦੀ ਹੈ, ਤੇ ਫਿਰ ਉਹ ਜਦੋਂ ਦਲਿਤ ਦੇ ਮੁੱਦੇ ਤੇ ਗੱਲ ਕਰਦੀ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀ ਸੁਨੇਹਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਵਿੱਚ, ਪੰਜਾਬ ਦੇ ਦਲਿਤਾਂ ਦੇ ਵਿੱਚ ਤੁਹਾਡੇ ਵਰਗੇ ਦਲਿਤ ਲੀਡਰਾਂ ਦੇ ਜ਼ਰੀਏ ਜਾਣਾ ਚਾਹੀਦਾ ਹੈ? ਸਾਡੇ ਵਰਗੇ ਪੰਜਾਬ 'ਚ ਜਿਹੜੇ ਦਲਿਤ ਲਹਿਰਾਂ ਨੂੰ ਜਾਂ ਅੰਬੇਡਕਰਾਈਟ ਸੋਚ ਨੂੰ ਸਮਝਦੇ ਲੋਕ ਆ, ਉਹਨਾਂ ਨੂੰ ਤਾਂ ਸਭ, ਉਹ ਤਾਂ ਜਾਗਰਤ ਆ, ਉਹ ਸੁੱਤੇ ਨਹੀਂ, ਉਹ ਜਾਗਦੇ ਲੋਕ ਆ, ਉਹਨਾਂ ਨੂੰ ਸਭ ਸਮਝ ਆ ਇਹਨਾਂ ਦੀ ਕੀ ਕਰਦੇ। ਤੇ ਚਲੋ ਛੱਡੋ, ਮਨੂ ਸਮ੍ਰਿਤੀ ਤਾਂ ਹੁਣ ਗੈਰ ਕਾਨੂੰਨੀ ਡਾਕੂਮੈਂਟ ਹੈ, ਉਹਨੂੰ ਤਾਂ ਜਲਾਇਆ ਸੀ ਬਾਬਾ ਸਾਹਿਬ ਅੰਬੇਡਕਰ ਨੇ। ਗੱਲ ਇਹ ਆ ਵੀ ਅੱਜ ਲੋੜ ਆ, ਬਹੁਤ ਪਵਿੱਤਰ ਸਾਡਾ ਸੰਵਿਧਾਨ ਆ। ਜਦੋਂ ਕਿਤੇ ਤੁਸੀਂ ਫੋਰਨ ਦੇ ਸੰਵਿਧਾਨ ਦੇ ਨਾਲ ਵੀ ਇਹਨੂੰ ਕੰਪੇਅਰ ਕਰਦੇ ਆ, ਤੇ ਫੋਰਨ ਦੇ ਐਕਸਪਰਟਸ ਕਹਿੰਦੇ ਆ ਕਿ ਇੰਡੀਆ ਦਾ ਸੰਵਿਧਾਨ ਬਹੁਤ ਬਿਹਤਰੀਨ ਸੰਵਿਧਾਨ ਹੈ। ਤੁਸੀਂ ਦੇਖ ਲਓ USSR ਕਿਸੇ ਵੇਲੇ ਕਿੱਡਾ ਮਜ਼ਬੂਤ ਦੇਸ਼ ਹੋਇਆ ਕਰਦਾ ਸੀ, ਉਹ ਟੁੱਟ ਕੇ ਉਹਦੇ 15 ਟੋਟੇ ਹੋ ਗਏ ਕੁਝ ਸਾਲਾਂ 'ਚ ਹੀ, 2-3 ਸਾਲਾਂ 'ਚ। ਕਿਉਂ ਹੋਏ? ਕਿਉਂਕਿ ਸੰਵਿਧਾਨ ਕਮਜ਼ੋਰ ਸੀ। ਸਾਡਾ ਮੁਲਕ ਜਿੱਥੇ ਸੈਂਕੜੇ ਬੋਲੀਆਂ, ਸੈਂਕੜੇ ਸੱਭਿਆਚਾਰ, ਵੱਖਰੇ ਵੱਖਰੇ ਸਾਡੇ ਜਾਤਾਂ, 6000 ਸਾਡੀਆਂ ਜਾਤਾਂ, ਅਨੇਕਾਂ ਧਰਮ, ਅਲੱਗ-ਅਲੱਗ ਰੀਤੀ ਰਿਵਾਜ, ਲੇਕਿਨ ਫਿਰ ਵੀ ਅੱਜ ਆਪਾਂ 70-72 ਸਾਲ ਦੀ ਆਜ਼ਾਦੀ 'ਚ ਆਪਾਂ ਇੱਕ ਆ, ਕਿਉਂਕਿ ਸੰਵਿਧਾਨ ਮਜ਼ਬੂਤ ਹੈ। ਨਹੀਂ ਤਾਂ ਤੋੜਨ ਦੀਆਂ ਤਾਕਤਾਂ। ਉਸ ਸੰਵਿਧਾਨ ਦੇ ਜ਼ਰੀਏ ਕੀ ਕੁਝ 70 ਸਾਲ ਦੇ ਵਿੱਚ ਆਮ ਲੋਕਾਂ ਨੂੰ ਮਿਲਿਆ ਆ, ਉਹਦਾ ਕਿੰਨੇ ਕੁ ਨਫੇ ਹੋਏ ਆ, ਉਹ ਵੀ ਤਾਂ ਸਾਡੇ ਸਾਹਮਣੇ ਹੀ ਆ ਕਿ ਇਸ 70 ਸਾਲ ਦੀ ਆਜ਼ਾਦੀ ਤੋਂ ਬਾਅਦ ਇੱਕ ਆਮ ਮਨੁੱਖ ਜਿਹੜਾ ਭਾਰਤ ਦਾ ਬਸ਼ਿੰਦਾ ਆ, ਉਹ ਕਿੰਨਾ ਕੁ ਵਿਕਸਿਤ ਹੋਇਆ, ਉਹਨੂੰ ਕੀ ਕੁਝ ਮਿਲਿਆ, ਤੇ ਜਿਹੜੇ ਸੱਤਾ ਹਟਾਉਂਦੇ ਰਹੇ ਆ, ਜਿਹੜੇ ਸੱਤਾ ਵਾਲਿਆਂ ਦੇ ਨੇੜੇ ਰਹੇ, ਉਹਨਾਂ ਦੇ ਕੀ ਕੁਝ ਨੇੜੇ। ਆਪਾਂ ਗੱਲ ਨੂੰ ਥੋੜਾ ਵਿਰਾਮ ਦੇਣਾ। ਆਖਰੀ ਸਵਾਲ ਤੁਹਾਡੇ ਨਾਲ ਕਰਾਂਗਾ। ਹੁਣ ਇਸ ਸਮੇਂ ਜਿੱਦਾਂ ਦੀਆਂ ਸਥਿਤੀਆਂ ਬਣੀਆਂ ਹੋਈਆਂ ਆ, ਇਸ ਸਥਿਤੀਆਂ ਦੇ ਵਿੱਚ ਜਿਹੜੀ ਧਿਰ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਵੇਲੇ ਪੰਜਾਬ ਦੇ ਵਿੱਚ, ਉਹ ਕਿੱਥੇ ਖੜੀ ਨਜ਼ਰ ਆਉਂਦੀ ਹੈ? ਉਹਦਾ ਭਵਿੱਖ ਤੁਹਾਨੂੰ 2022 ਦੀਆਂ ਚੋਣਾਂ ਦੇ ਵਿੱਚ ਕਿੱਥੇ ਨਜ਼ਰ ਆਉਂਦਾ ਆ? ਇਹ ਪਾਰਟੀਆਂ ਜਿਹੜੇ ਦਾਅਵੇ ਕਰ ਰਹੀਆਂ, ਇਹ ਪਾਰਟੀਆਂ ਦੇ ਦਾਅਵੇ ਹਕੀਕਤ 'ਚ ਜੇ ਸੱਚ ਸਾਬਤ ਹੁੰਦੇ ਤਾਂ ਉਹਦੇ ਨਾਲ ਕਿੰਨਾ ਕੁ ਫਰਕ ਆਏਗਾ? ਦੇਖੋ, ਇਸ ਵੇਲੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਨਹੀਂ, ਛੱਡ ਗਏ ਲੋਕੀ, ਕਿਉਂਕਿ ਸਾਡੇ ਤਾਂ ਜਿਹੜੇ ਨੌਜਵਾਨਾਂ ਨੂੰ ਨੌਕਰੀ ਦਾ ਲਾਰਾ ਲਾਇਆ ਸੀ, ਘਰ ਘਰ ਨੌਕਰੀ ਦਾ, ਉਹ ਸਾਰਿਆਂ ਦਾ ਸੁਪਨਾ ਟੁੱਟ ਗਿਆ। ਹੁਣ ਬਹੁਤ ਸਾਰੇ ਲੱਖਾਂ ਬੱਚੇ ਬਾਹਰ ਹੀ ਚਲ ਗਏ ਤੇ ਬਾਕੀਆਂ ਦਾ ਸੁਪਨਾ ਟੁੱਟ ਚੁੱਕਾ ਹੈ। ਅੱਜ ਕੋਈ ਸੈਕਸ਼ਨ ਨਹੀਂ ਜਿਹੜਾ ਸਰਕਾਰ ਦੇ ਖਿਲਾਫ ਨਾ ਹੋਵੇ, ਸਾਰੇ ਵਰਗ ਅੱਜ ਇਹਨਾਂ ਦੇ ਖਿਲਾਫ ਹੈ। ਮੁਲਾਜ਼ਮ ਦਾ ਕੁਝ ਨਹੀਂ ਕੀਤਾ, ਵਿਦਿਆਰਥੀ ਦਾ ਕੁਝ ਨਹੀਂ ਕੀਤਾ, ਵਿਦਿਆਰਥੀਆਂ ਦਾ ਤਾਂ ਵਿਚਾਰਿਆਂ ਦਾ ਪੈਸਾ ਹੀ ਖਾ ਗਏ ਸਰਕਾਰ, ਮਨਿਸਟਰ ਹੀ ਪੈਸੇ ਖਾ ਗਿਆ। ਤੇ ਅੱਜ ਕਿਸਾਨ ਸੜਕਾਂ ਤੇ ਆ,
ਕਿਸਾਨਾਂ ਨੂੰ ਪੰਜਾਬ ਦੀ ਸਰਕਾਰ ਆਪਣੇ ਪੱਲਿਓਂ ਲਾਹ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਕਰਕੇ ਕੇਂਦਰ ਵੱਲ ਨੂੰ ਭੇਜੀ ਜਾਂਦੀ ਹੈ। ਮੈਂ ਸਿਰਫ ਦਲਿਤ ਪੋਲਿਟਿਕਸ ਦੇ ਸਿਨੈਰੀਓ ਤੋਂ ਦੇਖਣਾ ਚਾਹੁੰਦਾ, ਜਵਾਬ ਤੁਹਾਡਾ ਚਾਹੁੰਦਾ ਕਿ ਇਸ ਸਿਨੈਰੀਓ ਤੋਂ ਅਸੀਂ ਦੇਖਦੇ ਹਾਂ ਕਿ ਪਾਰਟੀਆਂ ਕਹਿੰਦੀਆਂ ਕਿ ਅਸੀਂ ਆਹ ਅਹੁਦਾ ਦੇਵਾਂਗੇ ਇਸ ਧਿਰ ਨੂੰ, ਇਸ ਸਮੁਦਾਇ ਨੂੰ। ਸਥਿਤੀਆਂ ਕੀ ਕਹਿੰਦੀਆਂ ਨੇ, ਭਵਿੱਖ ਕੀ ਹੋਏਗਾ, 2022 ਕੀ ਦੱਸੇਗਾ? ਦੇਖੋ ਅਹੁਦਾ ਮਿਲਣ ਨਾਲ, ਮੈਂ ਪਹਿਲਾਂ ਵੀ ਮੈਂ ਰਾਸ਼ਟਰਪਤੀ ਜੀ ਦੀ ਉਦਾਹਰਨ ਦਿੱਤੀ ਆ, ਪਹਿਲਾਂ ਗਵਰਨਰ ਵੀ ਸਾਡੇ ਰਹੇ ਆ, ਅਹੁਦੇ ਨਾਲ ਨਹੀਂ ਕੁਝ ਵੀ ਹੁੰਦਾ। ਗੱਲ ਹੈ ਵੀ ਜਿਹੜੀ ਪਾਰਟੀ ਸੱਤਾ 'ਚ ਆਵੇ ਉਹਦੀ ਗੰਭੀਰਤਾ ਕਿੰਨੀ, ਉਹਦੀ ਸੱਚਾਈ ਕਿੰਨੀ। ਤੇ ਸਾਨੂੰ ਸਿਰਫ ਇਸ ਵੇਲੇ ਉਮੀਦ ਜਿਹੜੀ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਆ। ਬਹੁਤ ਪੜ੍ਹੇ ਲਿਖੇ, ਬਹੁਤ ਇਸ ਦਲਿਤਾਂ ਦੀ ਮੁਸ਼ਕਲ ਨੂੰ ਸਮਝਣ ਵਾਲੇ, ਦਿਲੋਂ ਸਮਝਣ ਵਾਲੇ, ਤੇ ਉਹਨਾਂ ਦੇ ਕੋਲ ਪੂਰਾ ਪਲਾਨ ਆ। ਆਰਥਿਕ ਤੌਰ ਤੇ ਉਹਨਾਂ ਕੋਲ ਪਲਾਨ ਆ, ਐਜੂਕੇਸ਼ਨ ਦਾ ਉਹਨਾਂ ਕੋਲ ਪਲਾਨ ਆ। ਲਿਆਵਾਂਗੇ ਸਾਹਮਣੇ ਤੇ ਲੋਕ ਉਹਨਾਂ ਨੂੰ ਸੱਤਾ 'ਚ ਲੈ ਕੇ ਆਉਣਗੇ, ਕਿਉਂਕਿ ਸਾਡਾ ਕਾਂਗਰਸ ਨਾਲ ਤਾਂ ਬਹੁਤ ਮਾੜਾ ਬਿਟਰ ਐਕਸਪੀਰੀਅੰਸ ਰਿਹਾ ਦਲਿਤਾਂ ਦਾ। ਕੁਛ ਨਹੀਂ ਕੀਤਾ, ਬੜੇ ਬੜੇ ਤਕੜੇ ਲੋਕ ਰਹੇ ਆ, ਪਰ ਉਹ ਆਪ ਤਕੜੇ ਹੋ ਗਏ ਹੋਰ, ਲੇਕਿਨ ਸਾਡੇ ਸੁਸਾਇਟੀ ਨੂੰ ਹੋਰ ਕਮਜ਼ੋਰ ਹੋਣਾ ਪਿਆ। ਸੋ ਇਸ ਕਰਕੇ ਕਿਸੇ ਲੀਡਰ ਨੂੰ ਤਕੜਾ ਕਰਨ ਦੀ ਬਜਾਏ, ਕਿਸੇ ਇੱਕ ਲੀਡਰ ਨੂੰ, ਇੱਕ ਪਰਿਵਾਰ ਨੂੰ ਤਕੜਾ ਕਰਨ ਦੀ ਬਜਾਏ, ਵੀ ਜਿੱਦਾਂ ਸਾਡੇ ਪਹਿਲਾਂ ਇੱਥੇ ਦੁਆਬੇ 'ਚ ਹੀ ਬੜੇ ਪਰਿਵਾਰ ਸੀ, ਅੱਗੇ ਤੋਂ ਅੱਗੇ, ਉਹਨਾਂ ਨੂੰ ਮਜ਼ਬੂਤ ਨਾ ਕਰੋ, ਲੀਡਰ ਨੂੰ ਮਜ਼ਬੂਤ ਨਾ ਕਰੋ, ਤੇ ਆਪਣੀ ਸੁਸਾਇਟੀ ਨੂੰ ਮਜ਼ਬੂਤ ਕਰਕੇ ਪਾਰਟੀ 'ਚ ਆਪਣੀ ਮਜ਼ਬੂਤੀ ਬਣਾਓ, ਤਾਂ ਕਿ ਉਹ ਪਾਰਟੀ ਸਮਝੇ ਕਿ ਇਸ ਸੈਕਸ਼ਨ ਨੇ ਸਾਨੂੰ ਦਬਾ ਕੇ ਵੋਟਾਂ ਪਾਈਆਂ, ਦਬਾ ਕੇ ਸਾਡਾ ਸਹਿਯੋਗ ਦਿੱਤਾ, ਤੇ ਸਾਡਾ ਹੁਣ ਫਰਜ਼ ਬਣਦਾ ਵੀ ਜਿਹੜਾ ਖਜ਼ਾਨਾ ਆ ਉਹਦਾ ਮੂੰਹ ਵੀ ਬਰਾਬਰ ਦਾ, ਉਹਨਾਂ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਖਜ਼ਾਨੇ ਦਾ ਮੂੰਹ ਵੀ ਉਹਨਾਂ ਵੱਲ ਨੂੰ ਖੋਲ੍ਹੇ। ਉਹਨਾਂ ਵਾਸਤੇ ਨੀਤੀਆਂ ਬਣਨ, ਇੰਪਲੋਇਮੈਂਟ ਦੀਆਂ, ਉਹਨਾਂ ਵਾਸਤੇ ਡਿਵੈਲਪਮੈਂਟ ਦੀਆਂ ਨੀਤੀਆਂ ਬਣਨ, ਉਹਨਾਂ ਵਾਸਤੇ ਐਜੂਕੇਸ਼ਨ ਦੀਆਂ ਨੀਤੀਆਂ ਬਣਨ, ਤਾਂ ਕਿ ਆਪਾਂ ਬਾਕੀ ਸੁਸਾਇਟੀ ਦੇ ਬਰਾਬਰ ਆ ਸਕੀਏ। ਜੀ, ਬਹੁਤ ਬਹੁਤ ਸ਼ੁਕਰੀਆ। ਸੋ ਗੱਲਬਾਤ ਇੱਥੇ ਆਣ ਕੇ ਮੁੱਕਦੀ ਹੈ ਕਿ ਜਿਹੜੇ ਨੁਮਾਇੰਦੇ ਵੱਖਰੀਆਂ ਪਾਰਟੀਆਂ ਦੇ ਵਿੱਚ ਦਲਿਤ ਧਿਰ ਦੀ ਜਿਹੜੀ ਆ ਉਹ ਗੱਲ ਕਰਦੇ ਨੇ, ਗੱਲ ਕਰਕੇ ਪਹੁੰਚਦੇ ਨੇ, ਉਹ ਆਪ ਤਾਂ ਵੱਡੇ ਹੋ ਜਾਂਦੇ ਆ, ਪਰ ਜਿਨ੍ਹਾਂ ਦੀ ਉਹਨਾਂ ਨੇ ਗੱਲ ਕਰਨੀ ਹੁੰਦੀ, ਜਿਨ੍ਹਾਂ ਨੂੰ ਅੱਗੇ ਤੋਰਨਾ ਹੁੰਦਾ ਹੈ, ਜਿਨ੍ਹਾਂ ਦੇ ਨਾਲ ਰਹਿਣਾ ਹੁੰਦਾ ਹੈ, ਉਹ ਬਹੁਤ ਪਿੱਛੇ ਜਿਹੜੀ ਆ ਉਹ ਰਹਿ ਜਾਂਦੀ ਹੈ। ਹਾਲਾਂਕਿ ਜਦੋਂ ਅਸੀਂ ਇਸ ਤਰੀਕੇ ਨਾਲ ਗੱਲ ਕਰਦੇ ਹਾਂ, ਵੰਡੀਆਂ ਵਾਲੀ ਗੱਲ ਕਰਦੇ ਹਾਂ, ਤੇ ਕਿ ਆ ਦਲਿਤ ਪੋਲਿਟਿਕਸ ਹੈ, ਇਹ ਇਸ ਜ਼ਾਤ ਦੀ ਪੋਲਿਟਿਕਸ ਹੈ, ਇਸ ਧਰਮ ਦੀ ਪੋਲਿਟਿਕਸ ਹੈ, ਤੇ ਬਹੁਤੀ ਵਾਜਬ ਗੱਲ ਨਹੀਂ ਆ। ਪਰ ਭਾਰਤੀ ਸਿਆਸਤ ਦੀ ਇਹ ਮਜਬੂਰੀ ਹੈ, ਤੇ ਸਾਡੇ ਲਈ ਫਿਰ ਉਹਦੇ ਉੱਤੇ ਗੱਲ ਕਰਨੀ ਬੇਹੱਦ ਜ਼ਰੂਰੀ ਹੈ ਕਿ ਇਹ ਨੁਕਤੇ ਵੀ ਸਾਡੀ ਸਿਆਸਤ ਦੇ ਵਿੱਚ ਹੈਗੇ ਆ, ਇਹਨਾਂ ਦੇ ਉੱਤੇ ਵੀ ਝਾਤ ਲੋੜੀਂਦੀ ਹੈ। ਤੇ ਇਹ ਪੋਲਿਟਿਕਸ ਕਿੰਨਾ ਕੁ ਨਫਾ ਕਰ ਚੁੱਕੀ ਹੈ ਸਾਨੂੰ ਅੱਜ ਤੱਕ, ਤੇ ਕਿੰਨਾ ਕੁ ਇਹਨੇ ਨੁਕਸਾਨ ਕੀਤਾ, ਇਹ ਮਕਸਦ ਸੀ ਸਾਡਾ ਇਸ ਗੱਲਬਾਤ ਦਾ। ਪਵਨ ਕੁਮਾਰ ਟੀਨੂ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ, ਬੜਾ ਖੁੱਲ੍ਹਾ ਸਮਾਂ ਜਿਹੜਾ ਉਹ ਤੁਸੀਂ ਸਾਨੂੰ ਦਿੱਤਾ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ, ਜਸਵੀਰ ਜੀ ਤੁਹਾਡਾ ਵੀ, ਕੈਮਰਾਮੈਨ ਸਾਹਿਬ ਦਾ ਵੀ। ਦੇਖੋ, ਜੋ ਸੱਚਾਈ ਹੈ ਨਾ ਦੇਸ਼ 'ਚ, ਜਾਤ ਪਾਤ ਸਿਸਟਮ ਜਿਹੜਾ ਆ ਸਦੀਆਂ ਤੋਂ ਬਣਿਆ, ਇਹਨੂੰ ਤੋੜਨ ਲਈ ਕੰਮ ਹੋਣਾ ਚਾਹੀਦਾ ਸੀ, ਲੇਕਿਨ ਸਿਆਸਤ ਨੇ, ਘਟੀਆ ਸਿਆਸਤ ਨੇ ਇਹਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਹੀਂ ਹੋਣੀ ਚਾਹੀਦੀ। ਜੇ ਆਪਾਂ ਸਭ ਨੂੰ, ਸਿਆਸੀ ਪਾਰਟੀਆਂ, ਲੀਡਰ, ਪ੍ਰਧਾਨ ਮੰਤਰੀ ਤੋਂ ਲੱਗ ਕੇ ਥੱਲੇ ਕੌਂਸਲਰ ਤੱਕ, ਜੇ ਸਭ ਨੂੰ ਇੱਕ ਨਜ਼ਰ ਨਾਲ ਦੇਖਣ, ਵਖੇਰਵੇਂ ਨਾਲ ਨਾ ਦੇਖਣ, ਤਾਂ ਫਿਰ ਮਸਲੇ ਹੱਲ ਹੋ ਸਕਦੇ ਸੀ। ਔਰ ਉਹੀ ਚੀਜ਼ ਜਿਹੜੀ ਆ ਉਹ ਕਿਤੇ ਵੀ ਹੁੰਦੀ ਨਜ਼ਰ ਨਹੀਂ ਆਈ। 70 ਸਾਲ ਦੀ ਆਜ਼ਾਦੀ ਦਾ ਅਸੀਂ ਜ਼ਿਕਰ ਛੇੜਿਆ, ਇਹਨਾਂ 17 ਸਾਲਾਂ ਦੇ ਵਿੱਚ ਕੀ ਸਥਿਤੀਆਂ, ਸੋਚ ਤੇ ਹਾਲਾਤਾਂ ਦੇ ਵਿੱਚ ਕੋਈ ਤਬਦੀਲੀ ਆਈ? ਜਦੋਂ ਅਸੀਂ ਇਸ ਨੂੰ ਘੋਖ ਪੜਤਾਲ ਕੇ ਦੇਖਦੇ ਹਾਂ ਤੇ ਸਾਨੂੰ ਜਿਹੜਾ ਜਵਾਬ ਆ ਨਿਲ ਬਟੇ ਸੰਨਾਟਾ ਮਿਲਦਾ ਹੈ। ਫਿਲਹਾਲ ਕੋਸ਼ਿਸ਼ ਰਹੇਗੀ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਜਿੱਥੇ ਭਖਦੇ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ ਅਸੀਂ, ਉੱਥੇ ਹੀ ਨਾਲ ਦੀ ਨਾਲ ਕੁਝ ਇਹੋ ਜਿਹੇ ਨੁਕਤੇ ਵੀ ਤੁਹਾਡੇ ਸਾਹਮਣੇ ਰੱਖਾਂਗੇ ਜਿਨ੍ਹਾਂ ਦੇ ਬਾਰੇ ਜਾਣਨਾ ਤੇ ਜਿਨ੍ਹਾਂ ਦੇ ਬਾਰੇ ਸੰਵਾਦ ਛੇੜਨਾ ਬੇਹੱਦ ਲਾਜ਼ਮੀ ਹੈ, ਸਮੇਂ ਦੀ ਮੰਗ ਹੈ। ਫਿਲਹਾਲ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਤੇ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ TV ਪੰਜਾਬ।